किश कर्म न जाना, सार न जाना तेरी। सब ते वड्डा सतगुर नानक, जिन कल राखी मेरी। तेरे कवन कवन गुण कह कह गावा, तू साहिब गुणी निधाना। तुम्हारी महिमा बरन ना साकौं, तू ठाकुर ऊच भगवाना। ऊच अपार बेअंत सुआमी, कौन जानै गुण तेरे। गावते उदरह सुनते उदरह, बिनसह पाप कनेरे। पशु परेत मुगध कौतारे, पाहन पारे उतारै। नानक दास तेरी सरनाई, सदा सदा बलिहारै। बलिहारी गुर अपने, दिवहाड़ी सदवार। जिन मानस ते देवते किए, करत न लागी वार। सो कहो टल गुर सेविया, अहनिस सहज सुभाए। दर्शन परसै गुरु कै, जन्म मरण दुख जाए। सतनाम श्री वाहिगुरु साहिब जी। राम कली महला पंजवा सलोक। सिखो शबद प्यारो, जन्म मरण की टेक। मुख उज्जल सदा सुखी, नानक सिमरत एक। राम कली महला पंजवा। मन बच क्रम राम नाम चितारी, घूमन घेर महा अत बिखड़ी। गुरमुख नानक पार उतारी, मन बच क्रम राम नाम चितारी। घूमन घेर महा अत बिखड़ी। गुरमुख नानक पार उतारी। वाहिगुरु जी का खालसा, वाहिगुरु जी की फतेह। दसां पातशाहियां दी जोत, तख्त चौर शतर दे मालक धन श्री गुरु ग्रंथ साहिब जी महाराज। सतगुरां दी अपर अपार बख्शिश रहमत दा सदका, जगत गुरु श्री गुरु नानक देव साहिब जी महाराज सतगुरां दे पावने अस्थान गुरुद्वारा श्री बेर साहिब जी विखे अमृत वेले दे सजे हुए सुंदर दीवान की हाजरी भर रही गुरु की साजी नवाजी हुई साध संगत जीओ। सतगुरां ने कृपा की है अपने अमृतमयी दीदार
ਸਤ ਸੰਗਤ ਦਾ ਅਮੋਲਕ ਸੁਭਾਗਾ ਸਮਾਂ ਬਖਸ਼ਿਆ ਹੈ। ਲੜੀਵਾਰ ਰੂਪ ਦੇ ਵਿੱਚ ਧੁਰ ਕੀ ਬਾਣੀ ਦੀ ਅੰਮ੍ਰਿਤ ਰੂਪ ਕਥਾ, ਨਿਰਗੁਣ ਕਥਾ, ਕਥਾ ਹੈ ਹਰ ਕੀ, ਭਜ ਮਿਲ ਸਾਧੂ ਸੰਗਤ ਜਨ ਕੀ। ਤਾਰ ਭੌਜਲ ਅਕਥ ਕਥਾ ਸੁਣ ਹਰ ਕੀ। ਤੋ ਗੁਰੂ ਸਾਹਿਬ ਜੀ ਕੀ ਅੰਮ੍ਰਿਤ ਬਾਣੀ ਦੀ ਪਵਿੱਤਰ ਕਥਾ ਸਤਿਗੁਰਾਂ ਨੇ ਕੀਰਤਨ ਔਰ ਕਥਾ ਸੁਖ ਦੀਆਂ ਦਾਤਾਂ ਬਖਸ਼ਿਸ਼ ਕੀਤੀਆਂ ਹਨ। ਪਾਰ ਬ੍ਰਹਮ ਹੁਆ ਸਹਾਈ, ਕਥਾ ਕੀਰਤਨ ਸੁਖਦਾਈ। ਜਿਸ ਵੇਲੇ ਪਾਰ ਬ੍ਰਹਮ ਪਰਮੇਸ਼ਰ ਸਹਾਈ ਹੁੰਦੇ ਹਨ, ਮਦਦਗਾਰ ਹੁੰਦੇ ਹਨ, ਉਸ ਵੇਲੇ ਜੀਵ ਨੂੰ ਅੰਮ੍ਰਿਤ ਬਾਣੀ ਦਾ ਕੀਰਤਨ ਸਰਵਣ ਕਰਨ ਵਾਸਤੇ ਪ੍ਰਾਪਤ ਹੁੰਦਾ ਹੈ। ਗੁਰੂ ਕੀ ਬਾਣੀ ਦੀ ਕਥਾ ਪ੍ਰਾਪਤ ਹੁੰਦੀ ਹੈ। ਔਰ ਸੁਖਮਨੀ ਸਾਹਿਬ ਦੀ ਅੰਮ੍ਰਿਤ ਬਾਣੀ ਵਿੱਚ ਵੀ ਪੰਚਮ ਪਾਤਸ਼ਾਹ ਜੀ ਨੇ ਫਰਮਾਇਆ, ਸਭ ਤੇ ਉਤਮ ਹਰ ਕੀ ਕਥਾ, ਨਾਮ ਸੁਣਤ ਦਰਦ ਦੁੱਖ ਲੱਥਾ। ਵਾਹਿਗੁਰੂ ਪਰਮੇਸ਼ਰ ਦੀ ਕਥਾ ਸਭ ਤੇ ਉਤਮ ਹੈ, ਕਿਉਂਕਿ ਪਰਮੇਸ਼ਵਰ ਆਪ ਸਭ ਤੋਂ ਉਤਮ ਹੈ ਤੇ ਉਸ ਦੀ ਕਥਾ ਵੀ ਸਭ ਤੋਂ ਉਤਮ ਹੈ। ਜਿਸ ਕਥਾ ਨੂੰ ਸੁਣਨ ਦੇ ਨਾਲ, ਕਿਉਂਕਿ ਕਥਾ ਦੇ ਵਿੱਚ ਪਰਮੇਸ਼ਰ ਦਾ ਕਥਨ ਹੈ, ਉਸ ਦੇ ਨਾਮ ਦਾ ਕਥਨ ਹੈ, ਤਾਂ ਮਹਾਰਾਜ ਸਾਹਿਬ ਜੀ ਕਹਿੰਦੇ ਨਾਮ ਨੂੰ ਸੁਣਦਿਆਂ ਦੁੱਖ ਤੇ ਦਰਦ ਲੱਥ ਜਾਂਦੇ ਹਨ। ਨਾਮ ਸੁਣਤ ਦਰਦ ਦੁੱਖ ਲੱਥਾ। ਗਰੀਬ ਨਵਾਜ ਸੱਚੇ ਪਾਤਸ਼ਾਹ ਲੜੀਵਾਰ ਰੂਪ ਦੇ ਵਿੱਚ ਅੱਜ ਦਾ ਜੋ ਪਾਵਨ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ ਸਾਧ ਸੰਗਤ ਜੀ, 916 ਅੰਗ ਤੇ ਇਹ ਪਾਵਨ ਸ਼ਬਦ ਸੋਭਨੀਕ ਹੈ। ਰਾਮਕਲੀ ਰਾਗ ਦੇ ਅੰਦਰ ਜਿਵੇਂ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ, ਸ਼ਰਧਾ ਭਾਵਨਾ ਸਹਿ ਸਰਵਣ ਕਰੀਏ ਜੀ। ਰਾਮਕਲੀ ਮਹੱਲਾ ਪੰਜਵਾ। ਰਾਮਕਲੀ ਰਾਗ ਹੈ ਔਰ ਗੁਰੂ ਜੀ ਕੀ ਅੰਮ੍ਰਿਤ ਬਾਣੀ ਦਾ ਇਹ 18ਵਾਂ ਰਾਗ ਹੈ। ਆਰੰਭ ਵਿੱਚ ਸ੍ਰੀ ਰਾਗ ਸਤਿਗੁਰੂ ਜੀ ਨੇ ਲਿਖਵਾਇਆ ਹੈ। ਇਸੇ ਤਰ੍ਹਾਂ ਦੂਸਰੇ ਸਥਾਨ ਤੇ ਮਾਝ ਹੈ, ਤੀਸਰੇ ਤੇ ਗੌੜੀ ਹੈ, ਚੌਥੇ ਤੇ ਆਸਾ ਹੈ, ਪੰਜਵੇਂ ਤੇ ਗੂਜਰੀ ਹੈ, ਛੇਵੇਂ ਸਥਾਨ ਤੇ ਦੇਵ ਗੰਧਾਰੀ ਹੈ, ਸੱਤਵੇਂ ਤੇ ਬਿਹਾਗੜਾ ਹੈ, ਅੱਠਵੇਂ ਤੇ ਵਡਹੰਸ ਹੈ, ਨੌਵੇਂ ਸਥਾਨ ਤੇ ਸੋਰਠ ਹੈ, ਦਸਵੇਂ ਤੇ ਧਨਾਸਰੀ ਹੈ, ਅੱਗੇ ਤੋਂ ਅੱਗੇ ਜੈਤਸਰੀ। ਤੋ ਇਸੇ ਤਰ੍ਹਾਂ ਸ੍ਰੀ ਰਾਗ ਮਾਝ ਗੌੜੀ ਆਸਾ ਸੰਗ ਭਈ ਗੌਰੀ ਗੂਜਰੀ ਗੰਧਾਰੀ ਤੇ ਬਿਹਾਗੜਾ ਸੁਹਾਇਓ ਹੈ। ਵਡਹੰਸ ਸੋਰਠ ਧਨਾਸਰੀ ਤੇ ਜੈਤਸਰੀ, ਟੋਡੀ ਤੇ ਪੈਰਾੜੀ ਉਤ ਲੰਗ ਸੂਹੀ ਛਾਇਓ ਹੈ। ਜੋ ਇਹ ਰਾਮਕਲੀ ਰਾਗ ਹੈ, ਇਹਦਾ ਸਥਾਨ 18ਵਾਂ ਹੈ। ਸਤਿਗੁਰੂ ਪੰਚਮ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸ਼ਾਂਤ ਸਰੂਪ, ਗੰਭੀਰਤਾ ਦੇ ਸਾਗਰ, ਮਹਾਨ ਧੀਰਜ ਧਾਰੀ, ਸ਼ਹੀਦਾਂ ਦੇ ਸਿਰਤਾਜ, ਬਾਣੀ ਕੇ ਬੋਹਿਥ, ਜਿਨ੍ਹਾਂ ਦੀ ਬਾਬਤ ਭੱਟ ਸਾਹਿਬਾਨਾਂ ਨੇ ਆਖਿਆ ਹੈ, ਜਪਿਓ ਜਿਨ ਅਰਜੁਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ। ਧਰਨ ਗਗਨ ਨਵ ਖੰਡ ਮਹਿ ਜੋਤ ਸਵਰੂਪੀ ਰਹਿਓ ਭਾਰ, ਭਨ ਮਥੁਰਾ ਕਛ ਭੇਦ ਨਹੀਂ, ਗੁਰ ਅਰਜੁਨ ਪ੍ਰਤੱਖ ਹਾਰ।
ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਆਪਣੀ ਪਾਵਨ ਰਸਨਾ ਤੋਂ ਉਚਾਰਨ ਕਰਦੇ ਹਨ। ਮਨ ਬਜ ਕ੍ਰਮ ਰਾਮ ਨਾਮ ਚਿਤਾਰੀ। ਗਰੀਬ ਨਵਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਮਨ ਕਰਕੇ, ਬਚਨਾ ਕਰਕੇ ਤੇ ਕਰਮ ਕਹੀਏ ਸਰੀਰ ਕਰਕੇ, ਇਹ ਭਾਈ ਰਾਮ ਨਾਮ ਚਿਤਾਰੀ। ਰਾਮ ਜੋ ਸਰਬ ਵਿਆਪਕ ਹੈ, ਰਮਿਆ ਹੋਇਆ ਹੈ, ਉਸ ਪ੍ਰਭੂ ਦੇ ਨਾਮ ਨੂੰ ਚਿਤਾਰੀ ਚੇਤੇ ਕਰਨਾ ਕਰ। ਮਨ ਕਰਕੇ ਵੀ ਚੇਤੇ ਕਰ, ਰਸਨਾ ਦੇ ਨਾਲ ਵੀ ਉਸ ਪ੍ਰਭੂ ਦਾ ਨਾਮ ਜਪ, ਤੇ ਕਰਮ ਸਰੀਰ ਕਰਕੇ ਵੀ ਉਸ ਵਾਹਿਗੁਰੂ ਜੀ ਦੀ ਸ਼ਰਨ ਵਿੱਚ ਆ। ਮਹਾਰਾਜ ਸਾਹਿਬ ਜੀ ਨੇ ਮਨ ਦਾ ਜ਼ਿਕਰ ਕੀਤਾ ਹੈ, ਬਚਨਾਂ ਦਾ ਜ਼ਿਕਰ ਕੀਤਾ ਹੈ ਤੇ ਸਰੀਰ ਦਾ ਜ਼ਿਕਰ ਕੀਤਾ। ਮਨ ਕਰਕੇ ਵੀ, ਬੋਲਾਂ ਕਰਕੇ ਵੀ, ਬਚਨਾਂ ਕਰਕੇ ਤੇ ਕਰਮ ਸਰੀਰ ਕਰਕੇ। ਜੋ ਰਾਮ ਹੈ ਸਰਬ ਵਿਆਪਕ ਰਮੰਤੀ ਰਾਮਾ, ਉਸ ਦੇ ਨਾਮ ਨੂੰ ਚੇਤੇ ਕਰ। ਘੂਮਣ ਘੇਰ ਮਹਾ ਅਤ ਵਿਖੜੀ। ਜਿਨ੍ਹਾਂ ਜਿਨ੍ਹਾਂ ਨੇ ਮਨ ਬਾਣੀ ਸਰੀਰ ਕਰਕੇ ਪ੍ਰਭੂ ਨੂੰ ਚੇਤੇ ਕੀਤਾ ਹੈ, ਸਰਬ ਵਿਆਪਕ ਨੂੰ ਚੇਤੇ ਕੀਤਾ ਹੈ। ਇਹ ਜੋ ਸੰਸਾਰ ਹੈ, ਮਹਾਰਾਜ ਕਹਿੰਦੇ ਵੀ ਇਹ ਐਸਾ ਸਮੁੰਦਰ ਹੈ, ਇਹਦੇ ਵਿੱਚ ਘੁੰਮਣ ਘੇਰੀਆਂ ਪੈ ਰਹੀਆਂ ਹਨ ਤੇ ਪੈ ਵੀ ਰਹੀਆਂ ਮਹਾ ਅਤ ਵਿਖੜੀ। ਬਹੁਤ ਵੱਡੀਆਂ ਅੱਤ ਦੀਆਂ ਜੋ ਵਿਖੜੀ ਕਠਨ ਹੈ ਘੁੰਮਣ ਘੇਰੀ, ਬਹੁਤ ਕਠਨ ਘੁੰਮਣ ਘੇਰੀਆਂ ਪੈ ਰਹੀਆਂ ਹਨ। ਜਿਵੇਂ ਦਰਿਆਵਾਂ ਦੇ ਵਿੱਚ ਉਹ ਕੱਪਰ ਪੈਂਦੇ ਹਨ, ਘੁੰਮਣ ਘੇਰੀਆਂ ਪੈਂਦੀਆਂ ਹਨ। ਜਿੱਥੇ ਬਹੁਤਾ ਡੂੰਘਾ ਪਾਣੀ ਹੋਵੇ ਉੱਥੇ ਫਿਰ ਉਹ ਘੁੰਮਣ ਘੇਰੀ ਜੀ ਬਣ ਜਾਂਦੀ ਹੈ, ਤੇ ਉਹ ਘੁੰਮਣ ਘੇਰੀ ਦੇ ਵਿੱਚ ਜਿਹੜਾ ਪੈ ਜਾਵੇ ਫਿਰ ਉਹਨੂੰ ਆਪਣੇ ਵਿੱਚ ਹੀ ਉਹ ਥੱਲੇ ਨੂੰ ਖਿੱਚ ਕੇ ਲਈ ਜਾਂਦੀ, ਅੱਗੇ ਨਹੀਂ ਨਿਕਲਣ ਦਿੰਦੀ। ਘੁੰਮਣ ਘੇਰੀ ਕੱਪਰ ਜਿਹਾ ਜਿਹੜਾ ਪੈਂਦਾ ਦਰਿਆਵਾਂ ਦੇ ਵਿੱਚ, ਸਮੁੰਦਰਾਂ ਵਿੱਚ ਵੀ ਇਸੇ ਤਰ੍ਹਾਂ ਪੈਂਦੇ। ਜਿਵੇਂ ਦਰਿਆਵਾਂ ਦੇ ਵਿੱਚ ਘੁੰਮਣ ਘੇਰੀ ਜੀ ਛੋਟੀ ਪੈਂਦੀ ਹੈ ਤੇ ਸਮੁੰਦਰਾਂ ਦੇ ਵਿੱਚ ਉਹਦੇ ਨਾਲੋਂ ਵੀ ਵੱਡੀ ਪੈਂਦੀ ਹੈ। ਦਰਿਆਵਾਂ ਤੇ ਜਿਹੜੇ ਮਲਾਹ ਬੇੜੀ ਚਲਾਉਣ ਵਾਲੇ ਆ, ਉਹ ਜਿੱਥੇ ਬਹੁਤਾ ਡੂੰਘਾ ਪਾਣੀ, ਜਿੱਥੇ ਉਹ ਘੁੰਮਣ ਘੇਰੀ ਗੋਲ ਗੋਲ ਘੁੰਮਦਾ ਹੈ ਪਾਣੀ, ਉਹਦੇ ਤੋਂ ਅੱਗੇ ਪਿੱਛੇ ਕਰਕੇ ਬੇੜੀ ਨੂੰ ਲੈ ਕੇ ਜਾਂਦੇ ਆ, ਘੁੰਮਣ ਘੇਰੀ ਵਿੱਚ ਨਹੀਂ ਪੈਣ ਦਿੰਦੇ। ਜਿਹੜਾ ਤਰ ਕੇ ਵੀ ਦਰਿਆ ਪਾਰ ਕਰਦਾ ਹੈ, ਉਹ ਵੀ ਘੁੰਮਣ ਘੇਰੀ ਤੋਂ ਅੱਗੇ ਪਿੱਛੇ ਹੋ ਕਰਕੇ ਹੀ ਗਾਂ ਜਾਂਦਾ ਵੀ ਇਹ ਘੁੰਮਣ ਘੇਰੀ ਦੇ ਵਿੱਚ ਪੈ ਗਿਆ ਤੇ ਇਹਨੇ ਮੈਨੂੰ ਆਪਣੇ ਵਿੱਚ ਉਲਝਾਈ ਰੱਖਣਾ, ਇਹਨੇ ਘੁਮਾਈ ਫਿਰਨਾ ਵਿੱਚੇ ਵਿੱਚ ਕੱਪਰ ਨੇ। ਉਹਦੇ ਤੋਂ ਅੱਗੇ ਪਿੱਛੇ ਹੋ ਕਰਕੇ ਦਰਿਆ ਪਾਰ ਕਰਨ ਵਾਲਾ ਪਾਰ ਕਰਦਾ। ਸਮੁੰਦਰਾਂ ਦੇ ਵਿੱਚ ਵੀ ਇਸੇ ਤਰ੍ਹਾਂ ਜਦੋਂ ਵੱਡੀਆਂ ਘੁੰਮਣ ਘੇਰੀਆਂ ਪੈਂਦੀਆਂ, ਉੱਥੇ ਜਹਾਜ਼ ਚਲਾਉਣ ਵਾਲੇ ਉਹ ਸ਼ਿਪ ਨੂੰ ਪਾਸੇ ਦੀ ਲੈ ਕੇ ਜਾਂਦੇ ਉਸ ਘੁੰਮਣ ਘੇਰੀ ਦੇ ਵਿੱਚ, ਵੀ ਜੇ ਉਹਦੇ ਵਿੱਚ ਜਹਾਜ਼ ਪੈ ਗਿਆ ਤੇ ਉਹਨੇ ਅੱਗੇ ਨਹੀਂ ਜਾਣ ਦੇਣਾ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਵੀ ਸੰਸਾਰ ਇੱਕ ਘੁੰਮਣ ਘੇਰੀ ਹੈ, ਇਹਦੇ ਵਿੱਚ ਵਿਕਾਰਾਂ ਦੀਆਂ ਘੁੰਮਣ ਘੇਰੀਆਂ ਪੈ ਰਹੀਆਂ, ਤੇ ਘੁੰਮਣ ਘੇਰੀ ਪੈ ਵੀ ਬਹੁਤ ਕਠਿਨ ਰਹੀ ਹੈ, ਇਹਦੇ ਚੋਂ ਨਿਕਲਣਾ ਬਹੁਤ ਔਖਾ। ਕਾਮ ਦੀ ਘੁੰਮਣ ਘੇਰੀ ਪੈ ਰਹੀ ਹੈ, ਕਾਮ ਆਪਣੇ ਵਿੱਚ ਹੀ ਘੁਮਾਈ ਜਾਂਦਾ ਹੈ ਜੀਵ ਨੂੰ, ਇਹ ਬਾਹਰ ਨਿਕਲਣ ਹੀ ਨਹੀਂ ਦਿੰਦਾ। ਕ੍ਰੋਧ ਦੀ ਘੁੰਮਣ ਘੇਰੀ ਪੈ ਰਹੀ ਹੈ, ਗੁੱਸੇ ਦੀ, ਤੇ ਲੋਭ ਦੀ ਘੁੰਮਣ ਘੇਰੀ ਪੈ ਰਹੀ ਹੈ, ਮਹਾਅਤ ਵਿਖੜੀ, ਬਹੁਤ ਕਠਿਨ ਘੁੰਮਣ ਘੇਰੀ ਲਾਲਚ ਦੀ, ਤੇ ਸਾਰੀ ਦਿਹਾੜੀ ਇਹ ਘੁਮਾਈ ਰੱਖਦੀ ਘੁੰਮਣ ਘੇਰੀ ਜਿਹੜੀ ਲੋਭ ਦੀ ਹੈ। ਜਿਵੇਂ ਉਹ ਘੁੰਮਣ ਘੇਰੀ ਘੁੰਮਦੀ ਹੈ ਨਾ ਦਰਿਆ ਦੇ ਵਿੱਚ, ਸਮੁੰਦਰ ਦੇ ਵਿੱਚ, ਇਸੇ ਤਰ੍ਹਾਂ ਇਹ ਜ਼ਿੰਦਗੀਆਂ ਰੂਪੀ ਬੇੜੀਆਂ ਨੂੰ ਤੇ ਜ਼ਿੰਦਗੀਆਂ ਰੂਪੀ ਜਹਾਜ਼ ਨੂੰ ਇਹ ਲੋਭ ਦੀ ਵਿਕਾਰਾਂ ਦੀ ਘੁੰਮਣ ਘੇਰੀ ਆਪਣੇ ਤੋਂ ਬਾਹਰ ਨਿਕਲਣ ਹੀ ਨਹੀਂ ਦਿੰਦੀ, ਵਿੱਚੇ ਹੀ ਘੁਮਾਈ ਰੱਖਦੀ। ਫਿਰ ਮੋਹ ਦੀ ਘੁੰਮਣ ਘੇਰੀ ਹੈ, ਮੋਹ ਦਾ ਪੱਜਾ ਹੋਇਆ ਹਰੇਕ ਜੀਵ ਉੱਥੇ ਹੀ ਘੁੰਮੀ ਫਿਰਦਾ। ਹੰਕਾਰ ਦੀ ਘੁੰਮਣ ਘੇਰੀ ਹੈ,
ਤਾਂ ਮਹਾਰਾਜ ਸਾਹਿਬ ਜੀ ਕਹਿੰਦੇ ਹਨ ਕਿ ਜਿਹੜੀ ਬੜੀ ਭਿਆਨਕ ਘੁੰਮਣ ਘੇਰੀ ਪੈ ਰਹੀ ਹੈ, ਮਾਇਆ ਦੇ ਤਿੰਨਾਂ ਗੁਣਾਂ ਦੀ ਘੁੰਮਣ ਘੇਰੀ ਪੈ ਰਹੀ ਹੈ, ਰਜਗੁਣ, ਤਮ ਗੁਣ, ਸਤਗੁਣ ਦੀ। ਇਸੇ ਤਰ੍ਹਾਂ ਜਾਗਰਤ, ਸੁਪਨ, ਸੁਖੋਪਤੀ ਇਹ ਘੁੰਮਣ ਘੇਰੀ ਪੈ ਰਹੀ ਹੈ। ਭੂਤ, ਭਵਿੱਖ, ਵਰਤਮਾਨ ਰੂਪੀ ਘੁੰਮਣ ਘੇਰੀ ਜਿਹੜੀ ਹੈ, ਇਹਦੇ ਵਿੱਚ ਜੀਵ ਘੁੰਮੀ ਜਾਂਦਾ। ਵਿਕਾਰਾਂ ਉਗਣਾ ਦੀ, ਜੰਮਣ ਮਰਨ ਦੀ ਇਹ ਘੁੰਮਣ ਘੇਰੀ ਹੈ ਸਾਰੀਆਂ। ਤਾਂ ਇਹ ਘੁੰਮਣ ਘੇਰੀ ਜੋ ਹੈ ਮਹਾ ਅਤ ਵਿਖੜੀ, ਮਹਾਨ ਹੀ ਅਤ ਕਰਕੇ, ਅਤਿਅੰਤ ਕਰਕੇ, ਅਤਿਸ਼ੈ ਕਰਕੇ ਵਿਖੜੀ ਕਠਨ ਹੈ। ਇਹਦੇ ਤੋਂ ਪਾਰ ਹੋਣਾ ਬਹੁਤ ਔਖਾ ਹੈ। ਗੁਰਮੁਖ ਨਾਨਕ ਪਾਰ ਉਤਾਰੀ। ਪਰ ਜਿਹੜੇ ਗੁਰੂ ਸਾਹਿਬ ਜੀ ਦੀ ਸ਼ਰਨ ਵਿੱਚ ਪੈ ਗਏ, ਮੁਖੀ ਗੁਰੂ ਸਾਹਿਬਾਂ ਨੇ ਉਹਨਾਂ ਜੀਵਾਂ ਨੂੰ ਪਾਰ ਉਤਾਰੀ, ਪਾਰ ਕਰ ਦਿੱਤਾ। ਪਰ ਕੀਤਾ ਕਿਹਨਾਂ ਨੂੰ ਪਾਰ? ਜਿਹੜੇ ਗੁਰੂ ਕੀ ਸ਼ਰਨ ਪਏ ਤੇ ਜਿਨ੍ਹਾਂ ਨੇ ਮਨ ਕਰਕੇ, ਬਚਨਾਂ ਕਰਕੇ, ਕਰਮ ਸਰੀਰ ਕਰਕੇ ਸਰਬ ਵਿਆਪਕ ਪ੍ਰਭੂ ਦੇ ਨਾਮ ਨੂੰ ਚੇਤੇ ਕੀਤਾ। ਜਿਹੜੇ ਪ੍ਰਭੂ ਦੇ ਨਾਮ ਨਾਲ ਜੁੜੇ, ਅੰਦਰੋਂ ਵੀ ਜੁੜੇ ਤੇ ਬਾਹਰੋਂ ਵੀ ਜੁੜੇ। ਗੁਰੂ ਸਾਹਿਬ ਜੀ ਅੰਦਰ ਦੀ ਗੱਲ ਵੀ ਨਾਲ ਬਰਾਬਰ ਕਰਦੇ ਆ ਤੇ ਬਾਹਰ ਦੀ ਗੱਲ ਵੀ ਕਰਦੇ ਆ। ਇਹ ਆਰੰਭ ਵਾਲੀਆਂ ਰਹਾਉ ਦੀਆਂ ਤੁਕਾਂ ਹਨ ਇਸ ਪਵਿੱਤਰ ਸ਼ਬਦ ਦੀਆਂ। ਤੇ ਇਹਦੇ ਵਿੱਚ ਮਹਾਰਾਜ ਸਾਹਿਬ ਜੀ ਨੇ ਮਨ ਦਾ ਜ਼ਿਕਰ ਕੀਤਾ ਹੈ, ਬਚਨਾਂ ਦਾ, ਰਸਨਾ ਦਾ ਜ਼ਿਕਰ ਕੀਤਾ ਹੈ ਤੇ ਸਰੀਰ ਦਾ ਜ਼ਿਕਰ ਕੀਤਾ। ਸਤਿਗੁਰੂ ਕਹਿੰਦੇ ਤੂੰ ਬਾਹਰੋਂ ਵੀ ਨਾਮ ਜਪ ਤੇ ਅੰਦਰੋਂ ਵੀ ਜਪ। ਰਸਨਾ ਨਾਲ ਵੀ ਜਪ, ਸਰੀਰ ਕਰਕੇ ਵੀ ਗੁਰੂ ਕੀ ਸ਼ਰਨ ਵਿੱਚ ਆ ਤੇ ਮਨ ਕਰਕੇ ਵੀ ਜਪ। ਕਈ ਵਾਰੀ ਇਨਸਾਨ ਆਪਣੀ ਮਰਜ਼ੀ ਕਰਦਾ ਹੋਇਆ ਕਿਸੇ ਵੇਲੇ ਕਹਿ ਦਿੰਦਾ ਹੈ ਕਿ ਬਾਹਰੋਂ ਸਿੱਖੀ ਧਾਰਨ ਦੀ ਕੀ ਲੋੜ ਹੈ, ਮੈਂ ਤਾਂ ਅੰਦਰੋਂ ਸਿੱਖ ਹਾਂ। ਐਸਾ ਵੀ ਕਿਹਾ ਜਾਂਦਾ। ਸੰਸਾਰ ਦੇ ਵਿੱਚ ਬਹੁਤ ਗਿਣਤੀ ਵਿੱਚ ਕਿਹਾ ਜਾਂਦਾ ਕਿ ਬਾਹਰੋਂ ਵਿਖਾਵਾ ਕਰਨ ਦੀ ਕੋਈ ਲੋੜ ਨਹੀਂ, ਮੇਰੇ ਤੇ ਅੰਦਰ ਸਿੱਖੀ ਹੈ। ਬਾਹਰੋਂ ਵਿਖਾ ਕੇ ਨਾਮ ਜਪਣ ਦੀ ਲੋੜ ਕੋਈ ਨਹੀਂ, ਮੈਂ ਤਾਂ ਅੰਦਰੋਂ ਜਪਦਾ ਹਾਂ। ਪਰ ਗੁਰੂ ਸਾਹਿਬ ਜੀ ਨੇ ਆਖਿਆ ਵੀ ਅੰਦਰੋਂ ਵੀ ਜਪ ਤੇ ਬਾਹਰੋਂ ਵੀ ਜਪ। ਗੁਰਬਾਣੀ ਵਿੱਚ ਸਰੀਰ ਦਾ ਵੀ ਜ਼ਿਕਰ ਆਉਂਦਾ ਹੈ ਤੇ ਮਨ ਦਾ ਵੀ ਜ਼ਿਕਰ ਆਉਂਦਾ ਹੈ ਤੇ ਰਸਨਾ ਦਾ ਵੀ ਜ਼ਿਕਰ ਆਉਂਦਾ ਹੈ। ਇਹਨਾਂ ਪਵਿੱਤਰ ਪੰਕਤੀਆਂ ਵਿੱਚ ਗੁਰੂ ਸਾਹਿਬ ਜੀ ਨੇ ਤਿੰਨਾਂ ਦਾ ਜ਼ਿਕਰ ਕੀਤਾ। ਇੱਕ ਮਨ ਹੈ, ਇੱਕ ਰਸਨਾ ਹੈ ਤੇ ਇੱਕ ਸਰੀਰ ਹੈ। ਸਤਿਗੁਰੂ ਕਹਿੰਦੇ ਸਰੀਰ ਤੇ ਵੀ ਗੁਰੂ ਕੀ ਸਿੱਖੀ ਧਾਰਨ ਕਰ, ਸਰੀਰ ਕਰਕੇ ਵੀ ਗੁਰੂ ਕੀ ਸ਼ਰਨ ਵਿੱਚ ਆ। ਸਰੀਰ ਕਰਕੇ ਵੀ ਤੂੰ ਗੁਰੂ ਸਾਹਿਬ ਜੀ ਦੇ ਦਰਬਾਰ ਵਿੱਚ ਹਾਜ਼ਰ ਹੋ। ਸਰੀਰ ਉੱਤੇ ਵੀ ਗੁਰੂ ਕੀ ਸਿੱਖੀ ਧਾਰਨ ਕਰ। ਪਰ ਜੇ ਮਨ ਦੇ ਵਿੱਚ ਭਾਵਨਾ ਹੈ, ਮਨ ਦੇ ਵਿੱਚ ਗੁਰੂ ਕੀ ਸਿੱਖੀ ਹੈ ਤੇ ਉਹ ਸਰੀਰ ਦੇ ਉੱਤੇ ਪ੍ਰਗਟ ਹੋ ਜਾਂਦੀ ਹੈ। ਜੇ ਕਹੀਏ ਕਿ ਮੈਂ ਤਾਂ ਮਨੋਂ ਬਹੁਤਾ ਪ੍ਰੇਮ ਕਰਦਾ ਹਾਂ, ਮੇਰਾ ਤੇ ਮਨ ਗੁਰੂ ਸਾਹਿਬ ਦੇ ਬਚਨਾਂ ਨਾਲ ਜੁੜਿਆ ਹੋਇਆ, ਤੇ ਫਿਰ ਤਨ ਵੀ ਸੁਭਾਵਿਕ ਹੀ ਜੁੜੇਗਾ। ਗੁਰਬਾਣੀ 'ਚ ਮਹਾਰਾਜ ਸਾਹਿਬ ਜੀ ਨੇ ਆਖਿਆ ਕਿ ਜੇ ਧਰਤੀ ਦੇ ਵਿੱਚ ਜੜ ਲੱਗੀ ਹੋਵੇ ਤੇ ਬਾਹਰ ਹਰੇ ਭਰੇ ਪੱਤੇ ਵੀ ਦਿਸਦੇ ਹਨ। ਫਿਰ ਜੇ ਧਰਤੀ ਵਿੱਚ ਜੜ ਨਾ ਹੋਵੇ ਤੇ ਆਖੀ ਜਾਵੇ ਵੀ ਜੜ ਡੂੰਘੀ ਲੱਗੀ ਹੋਈ ਹੈ ਤੇ ਉੱਤੇ ਕੋਈ ਪੱਤਾ ਨਾ ਹੋਵੇ, ਉੱਤੇ ਕੋਈ ਫੁੱਲ ਨਾ ਹੋਣ, ਉੱਤੇ ਕੋਈ ਫਲ ਨਾ ਲੱਗਾ ਹੋਵੇ, ਉੱਤੋਂ ਸੁੱਕਾ ਹੋਵੇ ਦਰਖਤ, ਇਹਦਾ ਭਾਵ ਇਹ ਹੈ ਵੀ ਇਹਦੀ ਜੜ ਧਰਤੀ ਵਿੱਚ ਨਹੀਂ ਲੱਗੀ ਹੋਈ। ਜੇ ਮਨ ਦੇ ਵਿੱਚ ਪ੍ਰੇਮ ਹੈ, ਮਨ ਵਿੱਚ ਭਾਵਨਾ ਹੈ, ਮਨ ਵਿੱਚ ਸ਼ਰਧਾ ਹੈ, ਮਨੋਂ ਨਾਮ ਜਪਦਾ ਹੈ, ਤੇ ਫਿਰ ਤਨ ਕਰਕੇ ਵੀ ਗੁਰੂ ਕੀ ਸ਼ਰਨ ਵਿੱਚ ਆਵੇਗਾ। ਫਿਰ ਤਨ ਕਰਕੇ ਵੀ ਗੁਰੂ ਕੀ ਸੰਗਤ ਕਰੇਗਾ, ਫਿਰ ਰਸਨਾ ਨਾਲ ਵੀ ਜਪੇਗਾ। ਤਾਂ ਗਰੀਬ ਨਵਾਜ਼ ਸਾਹਿਬ ਜੀ ਨੇ ਆਖਿਆ ਭਾਈ ਮਨੋਂ ਵੀ ਜਪ ਤੇ ਸਰੀਰ ਕਰਕੇ ਵੀ ਗੁਰੂ ਕੀ ਸ਼ਰਨ ਗ੍ਰਹਿਣ ਕਰ। ਇਸ ਕਰਕੇ ਜਿੱਥੇ ਸਰੀਰ ਕਰਕੇ ਹਾਜ਼ਰ ਹੋਇਆ ਉੱਥੇ ਮਨ ਕਰਕੇ ਵੀ ਹਾਜ਼ਰ ਹੋ।
ਜਿੱਥੇ ਮਨ ਵਿੱਚ ਪ੍ਰੇਮ ਪਿਆਰ ਹੈ ਉੱਥੇ ਸਰੀਰ ਦੇ ਉੱਤੇ ਵੀ ਗੁਰੂ ਕੀ ਸਿੱਖੀ ਨੂੰ ਧਾਰਨ ਕਰ, ਰਸਨਾ ਨਾਲ ਵੀ ਜਪ। ਤੇ ਜੇ ਇਕੱਲਾ ਮਹਾਰਾਜ ਕਹਿੰਦੇ ਮੁਖ ਤੋਂ ਹੈ ਤੇ ਹਿਰਦਿਓਂ ਪ੍ਰੇਮ ਨਹੀਂ, ਫਿਰ ਵੀ ਪੂਰਾ ਲਾਭ ਨਹੀਂ। ਅੰਮ੍ਰਿਤ ਬਾਣੀ ਚ ਗਰੀਬ ਨਵਾਜ ਸਾਹਿਬ ਜੀ ਨੇ ਫਰਮਾਇਆ, ਮੁਖ ਤੋਂ ਜਪਣ ਦਾ ਲਾਭ ਹੈ, ਰਸਨਾ ਨਾਲ ਜਪਣ ਦਾ ਉਪਦੇਸ਼ ਹੈ ਗੁਰੂ ਸਾਹਿਬ ਜੀ ਦਾ। ਪਰ ਸਤਿਗੁਰੂ ਕਹਿੰਦੇ ਜੇ ਇਕੱਲੀ ਰਸਨਾ ਹੀ ਜਪਦੀ ਹੈ, ਮਨ ਵਿੱਚ ਨਹੀਂ ਸ਼ਾਮਲ, ਤੇ ਫਿਰ ਵੀ ਪੂਰਾ ਲਾਭ ਨਹੀਂ ਹੈ, ਪੂਰੀ ਗੁਰੂ ਕੀ ਖੁਸ਼ੀ ਨਹੀਂ ਹੈ। ਯਤਨ ਕਰ ਵੀ ਰਸਨਾ ਦੇ ਨਾਲ ਨਾਲ ਮਨ ਵੀ ਨਾਲ ਜੁੜੇ, ਸਰੀਰ ਦੇ ਨਾਲ ਨਾਲ ਮਨ ਵੀ ਗੁਰੂ ਕੇ ਚਰਨਾਂ ਦੇ ਵਿੱਚ ਹਾਜ਼ਰ ਹੋਵੇ। ਤੇ ਜੇ ਮਨ ਦੇ ਵਿੱਚ ਪ੍ਰੇਮ ਹੈ ਤੇ ਫਿਰ ਸਰੀਰ ਤਾਂ ਗੁਰੂ ਕੇ ਸ਼ਰਨ ਵਿੱਚ ਜ਼ਰੂਰ ਆਵੇਗਾ। ਸਤਿਗੁਰੂ ਜੀ ਦੇ ਅੰਮ੍ਰਿਤ ਬੋਲ ਹਨ, ਮੁਖੋ ਹਰ ਹਰ ਸਭ ਕੋ ਕਰੈ, ਵਿਰਲੇ ਹਿਰਦੈ ਵਸਾਇਆ, ਨਾਨਕ ਜਿਨ ਕੈ ਹਿਰਦੈ ਵਸਿਆ, ਮੋਖ ਮੁਕਤ ਤਿਨ ਪਾਇਆ। ਮੁਖ ਤੋਂ ਜਪਣ ਦਾ ਖੰਡਨ ਨਹੀਂ ਹੈ, ਮਨਾਈ ਨਹੀਂ ਹੈ, ਪਰ ਸਤਿਗੁਰੂ ਕਹਿੰਦੇ ਵੀ ਮੁਖ ਦੇ ਨਾਲ ਤੂੰ ਹਿਰਦਿਓਂ ਵੀ ਜਪ, ਹਿਰਦਾ ਵੀ ਨਾਲ ਜੁੜੇ। ਮੁਖੋ ਹਰ ਹਰ ਸਭ ਕੋ ਕਰੈ, ਵਿਰਲੇ ਹਿਰਦੈ ਵਸਾਇਆ, ਨਾਨਕ ਜਿਨ ਕੈ ਹਿਰਦੈ ਵਸਿਆ, ਮੋਖ ਮੁਕਤ ਤਿਨ ਪਾਇਆ। ਜਿਹਦੇ ਹਿਰਦੇ ਵਿੱਚ ਪ੍ਰਭੂ ਦਾ ਨਾਮ ਜਪਿਆ ਉਹਨੇ ਫਿਰ ਮੁਕਤੀ ਨੂੰ ਪ੍ਰਾਪਤ ਕੀਤਾ, ਉਹਦੇ ਬੰਧਨ ਕੱਟੇ ਗਏ। ਉਹ ਫਿਰ ਇਹ ਜਿਹੜੀ ਬਹੁਤ ਭਿਆਨਕ, ਬਹੁਤ ਵੱਡੀ, ਅਤਿਅੰਤ ਵਿਖੜੀ, ਕਠਨ ਘੁੰਮਣ ਘੇਰੀ ਹੈ ਸੰਸਾਰ ਭੌਜਲ ਹੈ, ਇਸ ਭੌਜਲ ਫੇਰੇ ਤੋਂ ਪਾਰ ਹੋ ਗਿਆ, ਵਕਾਰਾਂ ਦੀ ਘੁੰਮਣ ਘੇਰੀ ਤੋਂ ਪਾਰ ਹੋ ਗਿਆ, ਜੰਮਣ ਮਰਨ ਦੀ ਘੁੰਮਣ ਘੇਰੀ ਤੋਂ, 84 ਲੱਖ ਜੂਨਾਂ ਦੀ ਘੁੰਮਣ ਘੇਰੀ ਤੋਂ ਪਾਰ ਹੋ ਗਿਆ। ਜਿਹੜਾ ਗੁਰੂ ਕੀ ਸ਼ਰਨ ਵਿੱਚ ਪਿਆ, ਗੁਰਮੁਖ ਨਾਨਕ ਪਾਰ ਉਤਾਰੀ। ਮਹਾਰਾਜ ਕਹਿੰਦੇ ਉਹ ਗੁਰਮੁਖ ਬਣ ਗਿਆ ਤੇ ਉਸ ਗੁਰਮੁਖ ਨੂੰ ਸਤਿਗੁਰੂ ਸਾਹਿਬ ਜੀ ਨੇ ਸੰਸਾਰ ਭੌਜਲ ਤੋਂ ਪਾਰ ਕਰ ਦਿੱਤਾ, ਪਾਰਲੇ ਕੰਢੇ ਲਾ ਦਿੱਤਾ। ਵਿਸਰਾਮ ਦੇ ਕਰਕੇ ਫਰਮਾਉਂਦੇ ਹਨ, ਅੰਤਰ ਸੁਖਾ ਬਾਹਰ ਸੁਖਾ। ਐਸੇ ਗੁਰਮੁਖ ਦੇ ਫਿਰ ਅੰਦਰ ਵੀ ਸੁਖ ਵਰਤਦਾ ਹੈ ਤੇ ਬਾਹਰ ਵੀ ਸੁਖ ਵਰਤਦਾ ਹੈ। ਉਹ ਅੰਦਰੋਂ ਵੀ ਸੁਖੀ ਹੈ ਤੇ ਬਾਹਰੋਂ ਵੀ ਸੁਖੀ ਹੈ, ਕਿਉਂਕਿ ਉਹ ਅੰਦਰੋਂ ਵੀ ਜੁੜਿਆ ਹੋਇਆ ਹੈ, ਉਹਦਾ ਹਿਰਦਾ ਵੀ ਜੁੜਿਆ ਹੋਇਆ ਹੈ ਨਾਮ ਦੇ ਨਾਲ, ਤੇ ਬਾਹਰੋਂ ਰਸਨਾ ਕਰਕੇ ਵੀ ਉਹ ਜਪਦਾ ਹੈ ਪ੍ਰਭੂ ਦੇ ਨਾਮ ਨੂੰ, ਸਰੀਰ ਕਰਕੇ ਵੀ ਗੁਰੂ ਕੀ ਸ਼ਰਨ ਵਿੱਚ ਆਉਂਦਾ ਹੈ, ਤੇ ਆਪਣੇ ਤਨ ਨੂੰ ਵੀ ਗੁਰੂ ਕੀ ਮਰਿਆਦਾ ਵਿੱਚ ਰੱਖਿਆ ਹੋਇਆ, ਗੁਰੂ ਕੀ ਸਿੱਖੀ ਦੇ ਨਿਯਮਾਂ ਦੇ ਵਿੱਚ ਰੱਖਿਆ ਹੋਇਆ। ਇਸ ਕਰਕੇ ਉਹ ਅੰਦਰੋਂ ਵੀ ਸੁਖੀ ਹੈ ਤੇ ਬਾਹਰੋਂ ਵੀ ਸੁਖੀ ਹੈ। ਤੇ ਸੁਖ ਹੈ ਵਾਹਿਗੁਰੂ ਜੀ ਦੀ ਬੰਦਗੀ ਦੇ ਵਿੱਚ, ਸੁਖ ਹੈ ਪ੍ਰਭੂ ਦੇ ਨਾਮ ਦੇ ਵਿੱਚ। ਸੁਖ ਸਰੂਪ ਉਹ ਪਰਮੇਸ਼ਵਰ ਆਪ ਹੈ। ਇਸ ਕਰਕੇ ਅੰਤਰ, ਉਹ ਅੰਦਰ ਵੀ ਉਹਦੇ ਸੁਖ ਸਰੂਪ ਪ੍ਰਮਾਤਮਾ ਪ੍ਰਗਟ ਹੋ ਗਿਆ, ਤੇ ਬਾਹਰ ਸੁਖਾ, ਬਾਹਰ ਸੰਸਾਰ ਦੇ ਵਿੱਚ ਵੀ ਉਹ ਸੁਖ ਸਰੂਪ ਨੂੰ ਹੀ ਵੇਖਦਾ, ਉਹ ਪਰਮੇਸ਼ਰ ਵਾਹਿਗੁਰੂ ਜੀ ਨੂੰ ਹੀ ਤੱਕਦਾ ਹੈ। ਸੋ ਅੰਤਰ ਸੋ ਬਾਹਰ ਅਨੰਤ, ਜਿਸ ਦਾ ਕੋਈ ਅੰਤ ਨਹੀਂ ਪਾ ਸਕਦਾ, ਉਹ ਅੰਦਰ ਵੀ ਵਸਦਾ ਹੈ ਤੇ ਬਾਹਰ ਵੀ ਵਸਦਾ ਹੈ। ਪਰ ਉਹ ਨਜ਼ਰ ਉਦੋਂ ਆਇਆ, ਪ੍ਰਗਟ ਉਸ ਵੇਲੇ ਹੋਇਆ, ਵਸਦਾ ਤੇ ਹਰ ਵੇਲੇ ਹੈ। ਜਿਸ ਵੇਲੇ ਮਨ ਕਰਕੇ, ਰਸਨਾ ਕਰਕੇ, ਸਰੀਰ ਕਰਕੇ ਉਸ ਵਾਹਿਗੁਰੂ ਜੀ ਦੀ ਸ਼ਰਨ ਗ੍ਰਹਿਣ ਕੀਤੀ, ਰਸਨਾ ਕਰਕੇ ਉਹਨੂੰ ਜਪਿਆ, ਮਨ ਕਰਕੇ ਉਹਦੇ ਧਿਆਨ ਵਿੱਚ ਜੁੜਿਆ, ਤੇ ਫਿਰ ਉਹ ਵਾਹਿਗੁਰੂ ਪਰਮੇਸ਼ਰ ਅੰਦਰ ਵੀ ਸੁਖ ਸਰੂਪ ਨਜ਼ਰੀ ਆਇਆ ਤੇ ਬਾਹਰ ਵੀ ਉਹ ਸੁਖ ਸਰੂਪ ਨਜ਼ਰੀ ਆਇਆ। ਅੰਤਰ ਸੁਖਾ ਬਾਹਰ ਸੁਖਾ। ਤੇ ਜਦੋਂ ਉਹ ਸੁਖ ਸਰੂਪ ਪਰਮੇਸ਼ਰ ਦੇ ਨਾਲ ਇਹ ਜੀਵ ਜੁੜਿਆ, ਉਹਦੇ ਨਾਮ ਦੇ ਨਾਲ ਜੁੜਿਆ, ਤੇ ਫਿਰ ਅੰਦਰ ਤੇ ਬਾਹਰ ਜਦੋਂ ਉਹ ਸੁਖ ਸਰੂਪ ਨਜ਼ਰੀ ਆਇਆ ਤੇ ਫਿਰ ਉਹਨੇ ਸੁਖ ਵਰਤਾਇਆ, ਫਿਰ ਅੰਦਰੋਂ ਵੀ ਸੁਖੀ ਹੋ ਗਿਆ ਤੇ ਬਾਹਰੋਂ ਵੀ ਸੁਖੀ ਹੋ ਗਿਆ। ਸੋ ਅੰਤਰ ਸੋ ਬਾਹਰ ਅਨੰਤ। ਮਹਾਰਾਜ ਕਹਿੰਦੇ ਅੰਦਰ ਵੀ ਉਹ ਵਸਦਾ ਹੈ ਜੀਵ ਦੇ, ਬਾਹਰ ਸੰਸਾਰ ਵਿੱਚ ਵੀ ਉਹੀ ਵਸਦਾ ਹੈ।
ਘਟ ਘਟ ਵਿਆਪ ਰਹਿਆ ਭਗਵੰਤ, ਘਟਾ ਘਟਾਂ ਵਿੱਚ ਵਿਆਪਕ ਹੋ ਰਿਹਾ ਭਗਵੰਤ ਪਰਮੇਸ਼ਰ। ਸੋ ਅੰਤਰ ਸੋ ਬਾਹਰ ਅਨੰਤ, ਘਟ ਘਟ ਵਿਆਪ ਰਹਿਆ ਭਗਵੰਤ। ਧਰਨ ਮਾਹੇ ਆਕਾਸ ਪਇਆਲ, ਸਰਬ ਲੋਕ ਪੂਰਨ ਪ੍ਰਤਪਾਲ। ਬਨ ਤਿਨ ਪਰਬਤ ਹੈ ਪਾਰ ਬ੍ਰਹਮ, ਜੈਸੀ ਆਗਿਆ ਤੈਸਾ ਕਰਮ। ਪੌਣ ਪਾਣੀ ਪੈ ਸੰਤਰ ਮਾਹੇ, ਚਾਰ ਕੁੰਟ ਦਹਿ ਜਿਸੇ ਸਮਾਹੇ। ਤਿਸ ਤੇ ਭਿੰਨ ਨਹੀਂ ਕੋਠਾਓ, ਗੁਰ ਪ੍ਰਸਾਦ ਨਾਨਕ ਸੁਖ ਪਾਓ। ਉਸ ਪ੍ਰਭੂ ਤੋਂ ਭਿੰਨ ਵੱਖਰਾ ਤੇ ਕੋਈ ਥਾਂ ਹੀ ਨਹੀਂ ਹੈ। ਉਹ ਸਾਰੇ ਥਾਵਾਂ ਤੇ ਵਿਆਪਕ ਹੋ ਰਿਹਾ ਹੈ। ਅੰਤਰ ਸੂਖਾ ਬਾਹਰ ਸੂਖਾ। ਇਸ ਕਰਕੇ ਉਸ ਪ੍ਰਭੂ ਦੇ ਨਾਲ ਜੁੜਨ ਕਰਕੇ ਇਹ ਜੀਵ ਉੱਠਦਾ ਬਹਿੰਦਾ ਅੰਦਰ ਬਾਹਰ ਹਰ ਇੱਕ ਥਾਂ ਤੇ ਫਿਰ ਸੁਖੀ ਹੋ ਗਿਆ, ਕਿਉਂਕਿ ਸੁਖ ਪ੍ਰਭੂ ਦੇ ਨਾਮ ਵਿੱਚ ਹੈ। ਸੁਖ ਸਰੂਪ ਪਰਮੇਸ਼ਵਰ ਆਪ ਹੈ। ਸਤਿਗੁਰੂ ਕਹਿੰਦੇ ਉਸ ਤੇ ਭੁੱਲਣੇ ਕਰਕੇ ਜੀਵ ਦੁਖੀ ਹੋ ਜਾਂਦਾ ਹੈ, ਰੋਗੀ ਹੋ ਜਾਂਦਾ ਹੈ। ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਜਦੋਂ ਪ੍ਰਭੂ ਭੁੱਲ ਜਾਂਦਾ ਹੈ ਨਾ, ਉਹ ਕਿਤੇ ਜਾਂਦਾ ਨਹੀਂ ਹੈ, ਉਹ ਵਿਆਪਕ ਹੈ। ਪਰ ਮਹਾਰਾਜ ਕਹਿੰਦੇ ਜਦੋਂ ਇਹ ਭੁਲਾ ਦਿੰਦਾ ਉਸ ਨੂੰ, ਇਹਨੂੰ ਪਦਾਰਥ ਚੇਤੇ ਰਹਿ ਜਾਂਦਾ, ਪ੍ਰਮਾਤਮਾ ਭੁੱਲ ਜਾਂਦਾ। ਪਰਿਵਾਰ ਚੇਤੇ ਰਹਿ ਜਾਂਦਾ ਹੈ, ਨਿਰੰਕਾਰ ਭੁੱਲ ਜਾਂਦਾ। ਸੰਸਾਰ ਚੇਤੇ ਰਹਿ ਗਿਆ, ਕਰਤਾਰ ਭੁੱਲ ਗਿਆ। ਜਿਸ ਵੇਲੇ ਭੁਲਾ ਦਿੰਦਾ ਹੈ ਤੇ ਫਿਰ ਇਹ ਰੋਗੀ ਹੁੰਦਾ, ਫਿਰ ਦੁਖੀ ਹੁੰਦਾ, ਫਿਰ ਸਰੀਰਕ ਰੋਗ ਵੀ ਲੱਗਦੇ, ਮਾਨਸਿਕ ਰੋਗ ਵੀ ਲੱਗਦੇ। ਪਰਮੇਸ਼ਰ ਦੇ ਭੁੱਲਿਆਂ ਵਿਆਪਨ ਸਭੇ ਰੋਗ। ਫਿਰ ਇੱਕ ਰੋਗ ਨਹੀਂ, ਸਭੇ ਰੋਗ ਲੱਗਦੇ, ਸਾਰੇ ਰੋਗ ਲੱਗਦੇ। ਤਾਂ ਹੀ ਮਹਾਰਾਜ ਸਾਹਿਬ ਜੀ ਨੇ ਆਖਿਆ ਕਿ ਜੀਵਾਂ ਨੇ ਭੁਲਾ ਦਿੱਤਾ ਕਰਤਾਰ ਨੂੰ ਤੇ ਸੰਸਾਰ ਦੁਖੀ ਹੋ ਗਿਆ, ਭੁਲਾਉਣੇ ਕਰਕੇ ਰੋਗੀ ਹੋ ਗਿਆ। ਹਉਮੈ ਦਾ ਰੋਗ ਲੱਗ ਗਿਆ, ਤ੍ਰਿਸ਼ਨਾ ਦਾ ਰੋਗ ਲੱਗ ਗਿਆ। ਗੁਰਬਾਣੀ ਦੇ ਅੰਦਰ ਰੋਗਾਂ ਤੇ ਕਈਆਂ ਦਾ ਜ਼ਿਕਰ ਕੀਤਾ ਹੈ ਸਾਧ ਸੰਗਤ ਜੀ ਮਹਾਰਾਜ ਨੇ, ਪਰ ਵੱਡੇ ਰੋਗਾਂ ਦਾ ਜ਼ਿਕਰ ਕੀਤਾ ਇੱਕ ਹਉਮੈ ਦਾ ਤੇ ਇੱਕ ਤ੍ਰਿਸ਼ਨਾ ਦਾ। ਇਹਨਾਂ ਦੋਹਾਂ ਰੋਗਾਂ ਨੂੰ ਮਹਾਰਾਜ ਨੇ ਦੀਰਘ ਰੋਗ ਆਖਿਆ, ਵੱਡੇ ਰੋਗ ਆਖਿਆ। ਇੱਕ ਤ੍ਰਿਸ਼ਨਾ ਦਾ ਵੱਡਾ ਰੋਗ ਹੈ ਤੇ ਇੱਕ ਹਉਮੈ ਦਾ ਵੱਡਾ ਰੋਗ ਹੈ। ਪਰ ਇਹ ਨਹੀਂ ਵੀ ਇਹ ਲਾ ਇਲਾਜ ਹੈ, ਵੀ ਇਹਨਾਂ ਦਾ ਇਲਾਜ ਨਹੀਂ ਹੋ ਸਕਦਾ। ਗੁਰੂ ਸਾਹਿਬ ਕਹਿੰਦੇ ਹੈਗੇ ਵੱਡੇ ਰੋਗ ਵਾ, ਪਰਮੇਸ਼ਰ ਦੇ ਭੁੱਲਣੇ ਕਰਕੇ ਜੀਵਾਂ ਨੂੰ ਇਹ ਲੱਗ ਜਾਂਦੇ, ਪਰ ਇਹਨਾਂ ਦਾ ਇਲਾਜ ਵੀ ਹੈ ਗੁਰੂ ਸਾਹਿਬ ਜੀ ਦੇ ਪਾਸ। ਗੁਰੂ ਸਾਹਿਬ ਵੈਦ ਹਨ, ਵੈਦ, ਤੇ ਸਾਰੇ ਰੋਗਾਂ ਦੀ ਇੱਕੋ ਦਵਾਈ ਦਿੰਦੇ। ਮੇਰਾ ਵੈਦ ਗੁਰੂ ਗੋਵਿੰਦਾ, ਮੇਰਾ ਵੈਦ ਗੁਰੂ ਗੋਵਿੰਦਾ, ਵੈਦ ਗੁਰੂ ਗੋਵਿੰਦਾ, ਮੇਰਾ ਵੈਦ ਗੁਰੂ ਗੋਵਿੰਦਾ। ਵੈਦ ਗੁਰੂ ਗੋਵਿੰਦਾ, ਮੇਰਾ ਵੈਦ ਗੁਰੂ ਗੋਵਿੰਦਾ, ਮੇਰਾ ਵੈਦ ਗੁਰੂ ਗੋਵਿੰਦਾ, ਮੇਰਾ ਵੈਦ ਗੁਰੂ ਗੋਵਿੰਦਾ। ਵੈਦ ਗੁਰੂ ਗੋਵਿੰਦਾ, ਮੇਰਾ ਵੈਦ ਗੁਰੂ ਗੋਵਿੰਦਾ, ਵੈਦ ਗੁਰੂ ਗੋਵਿੰਦਾ, ਮੇਰਾ ਵੈਦ ਗੁਰੂ ਗੋਵਿੰਦਾ। ਵੈਦ ਗੁਰੂ ਗੋਵਿੰਦਾ, ਮੇਰਾ ਵੈਦ ਗੁਰੂ ਗੋਵਿੰਦਾ, ਮੇਰਾ ਵੈਦ ਗੁਰੂ ਗੋਵਿੰਦਾ, ਮੇਰਾ ਵੈਦ ਗੁਰੂ ਗੋਵਿੰਦਾ। ਹਰ ਹਰ ਨਾਮ ਔਖਦ ਮੁਖ ਦੇਵੈ, ਹਰ ਹਰ ਨਾਮ ਔਖਦ ਮੁਖ ਦੇਵੈ। ਹਰ ਨਾਮ ਔਖਦ ਮੁਖ ਦੇਵੈ, ਹਰ ਹਰ ਨਾਮ ਔਖਦ ਮੁਖ ਦੇਵੈ। ਕਾਟੈ ਜਮ ਕੀ ਫੰਦਾ, ਮੇਰਾ ਵੈਦ ਗੁਰੂ ਗੋਵਿੰਦਾ।
ਵੈਦ ਗੁਰੂ ਗੋਵਿੰਦਾ, ਮੇਰਾ ਵੈਦ ਗੁਰੂ ਗੋਵਿੰਦਾ। ਪਾਟੈ ਜਮ ਕੀ ਫੰਦਾ, ਮੇਰਾ ਵੈਦ ਗੁਰੂ ਗੋਵਿੰਦਾ। ਮੇਰਾ ਵੈਦ ਗੁਰੂ ਗੋਵਿੰਦਾ, ਮੇਰਾ ਵੈਦ ਗੁਰੂ ਗੋਵਿੰਦਾ। ਗੁਰੂ ਸਾਹਿਬ ਵੈਦ ਹਨ ਤੇ ਸਤਿਗੁਰੂ ਜੀ ਸਾਰੇ ਰੋਗਾਂ ਦੀ ਇੱਕ ਹੀ ਦਵਾਈ ਦਿੰਦੇ। ਰੋਗ ਹਉਮੈ ਦਾ ਲੱਗਾ ਹੋਇਆ ਹੈ, ਰੋਗ ਤ੍ਰਿਸ਼ਨਾ ਦਾ ਲੱਗਾ ਹੋਇਆ ਹੈ, ਰੋਗ ਕਾਮ ਕ੍ਰੋਧ ਲੋਭ ਮੋਹ ਹੰਕਾਰ ਝੂਠ ਨਿੰਦਿਆ ਚੁਗਲੀ ਈਰਖਾ ਦਾ ਲੱਗਾ ਹੋਇਆ ਹੈ। ਪਰ ਸਾਰੇ ਰੋਗਾਂ ਦੀ ਮਾਰੇ ਕਹਿੰਦੇ ਦਵਾਈ ਇੱਕ ਹੀ ਆ, ਨਾਮ। ਸਰਬ ਰੋਗ ਕਾ ਔਖਦ ਨਾਮ। ਔਖਦ ਕਹਿੰਦੇ ਦਵਾਈ। ਕਲਿਆਣ ਰੂਪ ਮੰਗਲ ਗੁਣ ਗਾਵਾਂ। ਸਤਿਗੁਰੂ ਕਹਿੰਦੇ ਹਉਮੈ ਦੀਰਘ ਰੋਗ ਆ, ਵੱਡਾ ਰੋਗ। ਪਰ ਇਹਦੇ ਦਾਰੂ ਇਹਦੀ ਦਵਾਈ ਗੁਰੂ ਜੀ ਦੇ ਪਾਸ ਹੈ। ਹਉਮੈ ਦੀਰਘ ਰੋਗ ਹੈ, ਦਾਰੂ ਪੀਸ ਮਾਹੇ। ਕਿਰਪਾ ਕਰੇ ਜੇ ਆਪਣੀ, ਤਾਂ ਗੁਰ ਕਾ ਸ਼ਬਦ ਕਮਾਹੇ। ਨਾਨਕ ਕਹੈ ਸੁਨਹੁ ਜਨਹੁ, ਇਤ ਸੰਜਮ ਦੁਖ ਜਾਹੇ। ਜਿਹੜਾ ਗੁਰੂ ਸਾਹਿਬ ਜੀ ਦੀ ਸ਼ਰਨ ਪੈ ਕੇ ਨਾਮ ਦੀ ਦਵਾਈ ਲੈ ਕੇ ਤੇ ਫਿਰ ਉਹਨੂੰ ਵਰਤੇ। ਹਰ ਹਰ ਨਾਮ ਔਖਦ ਮੁਖ ਦੇਵੇ, ਨਾਮ ਰੂਪੀ ਦਵਾਈ ਮਹਾਰਾਜ ਮੁਖ ਵਿੱਚ ਦਿੰਦੇ ਆ ਵੀ ਰਸਨਾ ਤੋਂ ਜਪ ਭਾਈ, ਇਹੀ ਦਵਾਈ ਨੂੰ ਖਾਣਾ ਹੈ। ਮਨ ਕਰਕੇ ਜੋੜ ਨਾਮ ਦੇ ਨਾਲ ਇਹ ਦਵਾਈ ਨੂੰ ਵਰਤਣਾ ਹੈ। ਫਿਰ ਗਰੀਬ ਨਵਾਜ ਤ੍ਰਿਸ਼ਨਾ ਦਾ ਜ਼ਿਕਰ ਕਰਦਿਆਂ ਹੋਇਆਂ ਆਨੰਦ ਸਾਹਿਬ ਦੀ ਬਾਣੀ 'ਚ ਫਰਮਾਉਂਦੇ ਆ, ਤ੍ਰਿਸ਼ਨਾ ਵੱਡਾ ਰੋਗ ਲੱਗਾ, ਮਰਨ ਮਨਹੁ ਵਿਸਾਰਿਆ। ਸਤਿਗੁਰੂ ਕਹਿੰਦੇ ਤ੍ਰਿਸ਼ਨਾ ਦਾ ਰੋਗ ਤੇ ਵੱਡਾ ਹੈ। ਕੋਈ ਵੱਡਾ ਰੋਗ ਲੱਗ ਜਾਵੇ ਨਾ ਸਰੀਰ ਨੂੰ, ਵੱਡਾ ਰੋਗ, ਤੇ ਮਰਨਾ ਚੇਤੇ ਆਉਣ ਲੱਗ ਪੈਂਦਾ। ਮੌਤ ਚੇਤੇ ਆਉਣ ਲੱਗ ਪੈਂਦੀ ਵੀ ਰੋਗ ਬੜਾ ਭਿਆਨਕ ਲੱਗ ਗਿਆ, ਰੋਗ ਵੱਡਾ ਲੱਗ ਗਿਆ। ਪਰ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਨੇ ਆਖਿਆ ਵੀ ਇੱਥੇ ਉਲਟਾ ਕੰਮ ਹੈ। ਤ੍ਰਿਸ਼ਨਾ ਦਾ ਰੋਗ ਵੱਡਾ ਹੈ, ਜਿਹਨੂੰ ਲੱਗ ਜਾਂਦਾ ਹੈ ਉਹਨੂੰ ਮਰਨਾ ਭੁੱਲ ਜਾਂਦਾ। ਕੋਈ ਵੱਡਾ ਰੋਗ ਲੱਗੇ ਤੇ ਮੌਤ ਚੇਤੇ ਆਉਂਦੀ ਹੁੰਦੀ ਆ, ਪਰ ਤ੍ਰਿਸ਼ਨਾ ਦਾ ਰੋਗ ਇਹੋ ਜਿਹਾ ਵਾ, ਇਹ ਲੱਗ ਜਾਵੇ ਇਨਸਾਨ ਨੂੰ ਜਦੋਂ, ਇਹਨੂੰ ਮੌਤ ਹੀ ਭੁੱਲ ਜਾਂਦੀ। ਇਹ ਲਾਲਚ ਦੇ ਵਿੱਚ ਫਿਰ ਭੱਜਾ ਫਿਰਦਾ। ਤ੍ਰਿਸ਼ਨਾ ਵੱਡਾ ਰੋਗ ਲੱਗਾ, ਮਰਨ ਮਨਹੁ ਵਿਸਾਰਿਆ। ਇਹ ਤ੍ਰਿਸ਼ਨਾ ਦੇ ਰੋਗ ਨੇ ਮਨ ਦੇ ਵਿੱਚੋਂ ਮਰਨਾ ਹੀ ਭੁਲਾ ਦਿੱਤਾ। ਸਤਿਗੁਰੂ ਕਹਿੰਦੇ ਇਹ ਸਾਰੇ ਰੋਗਾਂ ਦੀ ਇੱਕੋ ਹੀ ਦਵਾਈ ਹੈ, ਉਹ ਨਾਮ ਹੈ। ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੈ, ਪ੍ਰਭ ਕੈ ਸਿਮਰਨ ਸਭ ਕਿਛ ਸੁਝੈ। ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਨਾਮ ਦਿੰਦੇ ਹਨ ਤੇ ਨਾਮ ਰੂਪੀ ਦਵਾਈ ਦੇ ਕਰਕੇ ਜੀਵਾਂ ਨੂੰ ਅੰਦਰੋਂ ਤੇ ਬਾਹਰੋਂ ਸੁਖੀ ਕਰਦੇ ਹਨ। ਜਿਨ੍ਹਾਂ ਨੇ ਮਨ ਬਾਣੀ ਸਰੀਰ ਕਰਕੇ ਨਾਮ ਨਾਲ ਜੁੜਨਾ ਕੀਤਾ, ਪ੍ਰਭੂ ਨਾਮ ਨੂੰ ਚੇਤੇ ਕੀਤਾ, ਅੰਤਰ ਸੁਖਾ ਬਾਹਰ ਸੁਖਾ, ਉਹਨਾਂ ਦੇ ਅੰਦਰ ਵੀ ਸੁਖ ਵਰਤਿਆ ਤੇ ਬਾਹਰ ਵੀ ਸੁਖ ਵਰਤਿਆ। ਉਹ ਸੁਖੀ ਹੋ ਗਏ। ਊਠਤ ਸੁਖੀਆ ਬੈਠਤ ਸੁਖੀਆ, ਭਉ ਨਹੀਂ ਲਾਗੇ ਜਾਂ ਐਸੇ ਬੁਝਿਆ। ਉਹ ਫਿਰ ਸੁਖੀ ਹੋ ਗਏ ਨਾਮ ਨਾਲ ਜੁੜਨ ਵਾਲੇ। ਕਿਉਂਕਿ ਸਤਿਗੁਰੂ ਕਹਿੰਦੇ ਭਾਈ ਨਾਮ ਤੋਂ ਭੁੱਲ ਕਰਕੇ, ਪ੍ਰਭੂ ਨੂੰ ਵਿਸਾਰ ਕਰਕੇ ਹੀ ਸੰਸਾਰ ਦੁਖੀ ਹੈ। ਜੋ ਜੋ ਦੀਸੈ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਐਸਾ ਵੀ ਆਪ ਜੀ ਨੇ ਫਰਮਾਇਆ ਹੈ, ਨਾਨਕ ਦੁਖੀਆ ਸਭ ਸੰਸਾਰ, ਸਾਰਾ ਸੰਸਾਰ ਦੁਖੀ ਹੈ। ਤੇ ਸਤਿਗੁਰੂ ਕਹਿੰਦੇ ਪ੍ਰਭੂ ਦਾ ਨਾਮ ਹੀ ਸੁਖ ਦਾਤਾ ਹੈ, ਸੁਖ ਦੇਣ ਵਾਲਾ ਹੈ। ਗੁਰੂ ਸਾਹਿਬ ਜੀ ਨਾਮ ਦੇ ਨਾਲ ਜੋੜ ਕਰਕੇ ਜੀਵ ਨੂੰ ਅੰਦਰੋਂ ਬਾਹਰੋਂ ਸੁਖੀ ਕਰਦੇ। ਇੱਕ ਥਾਂ ਤੇ ਆਪ ਜੀ ਨੇ ਐਸਾ ਫਰਮਾਇਆ ਅੰਮ੍ਰਿਤ ਬਾਣੀ ਦੇ ਅੰਦਰ, ਸੁਖ ਨਾਹੀ
ਬਹੁਤ ਹੈ ਧਨ ਖਾਟੇ। ਮਹਾਰਾਜ ਕਹਿੰਦੇ ਵੀ ਬਹੁਤਾ ਧਨ ਨੂੰ ਖੱਟਣ ਦੇ ਨਾਲ ਵੀ, ਪ੍ਰਾਪਤ ਕਰਨ ਦੇ ਨਾਲ ਵੀ ਸੁਖੀ ਨਹੀਂ ਹੁੰਦਾ ਹੈ ਜੀ। ਗਰੀਬ ਨਵਾਜ ਸਾਹਿਬ ਨੇ ਆਖਿਆ, ਵੇਖੋ ਜੇ ਧਨ ਦੇ ਨਾਲ ਹੀ ਇਨਸਾਨ ਸੁਖੀ ਹੁੰਦਾ ਹੋਵੇ ਤੇ ਫਿਰ ਰਾਜਾ ਸੁਖੀ ਚਾਹੀਦਾ ਹੈ। ਰਾਜੇ ਦੇ ਕੋਲੇ ਦੌਲਤ ਦੀ ਤਾਂ ਕਮੀ ਕੋਈ ਨਹੀਂ। ਕਿੰਨਾ ਸੋਨਾ ਚਾਂਦੀ ਰੁਪਈਏ ਦੌਲਤ ਰਾਜੇ ਕੋਲੇ ਹੈ ਤੇ ਰਾਜਾ ਫੇਰ ਦੁਖੀ ਹੈ। ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਸੁਖੀਆ ਨਹੀਂ ਆਖਿਆ। ਸਾਰੀ ਸ੍ਰਿਸ਼ਟੀ ਦਾ ਰਾਜਾ ਬਣ ਕੇ ਵੀ ਇਨਸਾਨ ਦੁਖੀ ਰਹਿ ਸਕਦਾ ਹੈ ਜਿੰਨਾ ਚਿਰ ਨਾਮ ਤੋਂ ਟੁੱਟਿਆ ਹੋਇਆ ਹੈ, ਬੰਦਗੀ ਤੋਂ ਟੁੱਟਿਆ ਹੋਇਆ। ਮਹਾਰਾਜ ਉਹ ਰਾਜਾ ਰਾਜ ਕਰਨ ਵਾਲਾ ਵੀ ਸੁਖੀ ਹੋ ਸਕਦਾ ਹੈ। ਸਤਿਗੁਰੂ ਕਹਿੰਦੇ ਹੋ ਸਕਦਾ ਹੈ, ਪਰ ਨਾਮ ਜਪੇ ਤੇ ਤਾਂ। ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ। ਨਾਮ ਤੋਂ ਭੁੱਲ ਕੇ ਤੇ ਮਹਾਰਾਜ ਕਹਿੰਦੇ ਖੁਆਰੀ ਹੈ। ਹਰ ਬਿਸਰਤ ਸਦਾ ਖੁਆਰੀ, ਤਾ ਕੋ ਧੋਖਾ ਕਹਾ ਵਿਆਪੈ, ਜਾ ਕੋ ਓਟ ਤੁਹਾਰੀ ਰਹਾਓ। ਅੱਗੇ ਬਚਨ ਕੀਤਾ, ਬਿਨ ਸਿਮਰਨ ਜੋ ਜੀਵਨ ਬਲਣਾ। ਸਿਮਰਨ ਤੋਂ ਬਿਨਾ ਜਿਹੜਾ ਜੀਵਨ ਦਾ ਬਤੀਤ ਹੋਣਾ ਹੈ, ਜ਼ਿੰਦਗੀ ਦਾ ਸਮਾਂ ਗੁਜ਼ਰਨਾ ਹੈ, ਉਹ ਦੁੱਖ ਦੇ ਸਹਿਤ ਹੀ ਗੁਜ਼ਰਦਾ ਹੈ ਸਿਮਰਨ ਤੋਂ ਬਿਨਾ। ਬਿਨ ਸਿਮਰਨ ਜੋ ਜੀਵਨ ਬਲਣਾ, ਸਰਪ ਜੈਸੇ ਅਰ ਜਾਰੇ। ਮਾਰੇ ਕਹਿੰਦੇ ਉਮਰ ਤੇ ਸੱਪ ਦੀ ਉਮਰ ਵਰਗੀ ਹੈ। ਜਿਵੇਂ ਸੱਪ ਦੇ ਅੰਦਰ ਜ਼ਹਿਰ ਭਰਿਆ ਹੁੰਦਾ ਹੈ, ਇਸੇ ਤਰ੍ਹਾਂ ਜੀਵ ਦੇ ਅੰਦਰ ਵਿਕਾਰਾਂ ਦਾ ਜ਼ਹਿਰ ਹੀ ਵੱਧਦਾ ਰਹਿੰਦਾ। ਨਵ ਖੰਡਨ ਕੋ ਰਾਜ ਕਮਾਵੇ, ਅੰਤ ਚੱਲੇ ਕੋ ਹਾਰੀ। ਭਾਵੇਂ 9 ਖੰਡਾਂ ਦੀ ਸਾਰੀ ਧਰਤੀ ਦਾ ਰਾਜ ਵੀ ਕਮਾ ਲਵੇ, ਰਾਜ ਭਾਗ ਵੀ ਕਰ ਲਵੇ, ਪਰ ਪ੍ਰਭੂ ਦੇ ਸਿਮਰਨ ਤੋਂ ਬਿਨਾ ਜੀਵਨ ਦੀ ਬਾਜੀ, ਜ਼ਿੰਦਗੀ ਦੀ ਬਾਜੀ ਹਾਰ ਕੇ ਜਾਂਦਾ। ਸੁਖੀ ਉਹ ਹੁੰਦਾ ਹੈ ਜੋ ਨਾਮ ਨਾਲ ਜੁੜਦਾ ਹੈ। ਉਹ ਜ਼ਰੂਰੀ ਨਹੀਂ ਹੈ ਕਿ ਰਾਜ ਭਾਗ ਹੀ ਕਰਦਾ ਹੋਵੇ। ਸਤਿਗੁਰੂ ਕਹਿੰਦੇ ਉਹ ਟੁੱਟੀ ਹੋਈ ਝੋਪੜੀ ਵਿੱਚ ਰਹਿੰਦਾ ਹੋਇਆ ਵੀ ਸੁਖੀ ਹੋ ਜਾਂਦਾ ਹੈ ਨਾਮ ਜਪਣ ਵਾਲਾ। ਬਸਤਾ ਟੂਟੀ ਝੁੰਪੜੀ, ਚੀਰ ਸਭ ਛਿੰਨਾ, ਜਾਤ ਨਾ ਪਤ ਨਾ ਆਦਰੋ, ਉਦਿਆਨ ਪਰਮਿੰਨਾ। ਮਿੱਤਰ ਨਾ ਇਠ ਧਨ ਰੂਪਹੀਨ, ਕਿਛ ਸਾਕ ਨਾ ਸਿੰਨਾ। ਰਾਜਾ ਸਗਲੀ ਸ੍ਰਿਸ਼ਟ ਕਾ, ਹਰ ਨਾਮ ਮਨ ਭਿੰਨਾ। ਤਿਸ ਕੀ ਧੂੜ ਮਨ ਉਧਰੈ, ਪ੍ਰਭ ਹੋਏ ਸੋ ਪ੍ਰਸੰਨਾ। ਸਤਿਗੁਰੂ ਕਹਿੰਦੇ ਨਾਮ ਜਪਣ ਵਾਲੇ ਦੀ ਤੇ ਸ਼ਬਰੀ ਨੂੰ ਵੀ ਭਲਾ ਆਖਿਆ ਹੈ। ਭਲੀ ਸੁਹਾਵੀ ਛਾਪਰੀ, ਜਾ ਮਹਿ ਗੁਣ ਗਾਏ। ਕਿਤਹਿ ਕਾਮ ਨਾ ਧੌਲ ਹਰ, ਜਿਤ ਹਰ ਬਿਸਰਾਏ। ਸੁਖ ਨਾਹੀ ਬਹੁਤੈ ਧਨ ਖਾਟੇ, ਸੁਖ ਨਾਹੀ ਪੇਖੇ ਨਿਰਤ ਨਾਟੇ। ਮਨੁੱਖ ਨੇ ਨਾਟਕਾਦਿਕ ਵੇਖ ਕਰਕੇ, ਨਾਚ ਵੇਖ ਕੇ ਵੀ ਉਹਦੇ 'ਚ ਵੀ ਸੁਖ ਮੰਨਿਆ, ਸ਼ਾਇਦ ਇਸ ਤਰ੍ਹਾਂ ਸੁਖੀ ਹੋ ਜਾਵਾਂਗਾ। ਪਰ ਪੰਜਵੇਂ ਪਾਤਸ਼ਾਹ ਕਹਿੰਦੇ ਨਹੀਂ, ਨਾਟਕ ਵੇਖ ਕੇ, ਨਾਚ ਮੁਜਰੇ ਵੇਖ ਕੇ ਵੀ ਸੁਖ ਨਹੀਂ ਪ੍ਰਾਪਤ ਹੋ ਸਕਦਾ। ਇਹ ਵੀ ਭੁਲੇਖਾ ਹੈ ਤੇਰੇ ਮਨ ਦਾ, ਇਹ ਵੀ ਭਰਮ ਹੈ ਤੇਰੇ ਅੰਦਰ ਦਾ। ਸੁਖ ਨਾਹੀ ਪੇਖੇ ਨਿਰਤ ਨਾਟੇ, ਸੁਖ ਨਾਹੀ ਬਹੁ ਦੇਸ ਕਮਾਏ। ਮਨੁੱਖ ਨੇ ਖਿਆਲ ਕੀਤਾ ਹੈ ਇਸ ਦੇਸ਼ ਵਿੱਚ ਸੁਖੀ ਨਹੀਂ ਹਾਂ, ਦੂਜੇ ਦੇਸ਼ ਵਿੱਚ ਚਲੇ ਜਾਵਾਂ, ਉੱਥੇ ਧਨ ਬਹੁਤਾ ਕਮਾ ਲਵਾਂ, ਕਿਸੇ ਵਿਦੇਸ਼ ਵਿੱਚ ਚਲੇ ਜਾਵਾਂ, ਉੱਥੇ ਸੁਖੀ ਹੋ ਜਾਵਾਂਗਾ। ਪਰ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਆਖਿਆ, ਤੂੰ ਬਹੁਤੇ ਦੇਸ਼ਾਂ ਵਿੱਚ ਵੀ ਕਮਾਈ ਕਰ ਲਵੇਂ, ਉੱਥੇ ਵੀ ਸੁਖੀ ਨਹੀਂ ਹੋ ਸਕਦਾ। ਸੁਖ ਨਾਹੀ ਬਹੁ ਦੇਸ ਕਮਾਏ। ਮਹਾਰਾਜ ਫਿਰ ਸੁਖ ਕਿਵੇਂ ਪ੍ਰਾਪਤ ਹੋਵੇਗਾ? ਤੇ ਸਤਿਗੁਰੂ ਕਹਿੰਦੇ ਸਾਰੇ ਸੁਖ ਵਾਹਿਗੁਰੂ ਦੇ ਗੁਣ ਗਾਉਣ ਦੇ ਵਿੱਚ ਆ। ਪ੍ਰਭੂ ਦਾ ਨਾਮ ਜਪਣ ਵਿੱਚ ਸਾਰੇ ਸੁਖ ਹਨ, ਪ੍ਰਭੂ ਦੀ ਬੰਦਗੀ ਵਿੱਚ ਸਾਰੇ ਸੁਖ ਹਨ। ਸਰਬ ਸੁਖਾ ਹਰ ਹਰ ਗੁਣ ਗਾਏ। ਸਾਰੇ ਸੁਖ ਹਨ ਹਰੀ ਪਰਮੇਸ਼ਰ ਦੇ ਗੁਣ ਗਾਉਣ ਦੇ ਵਿੱਚ। ਜਿਨ੍ਹਾਂ ਨੇ ਪ੍ਰਭੂ ਦਾ ਨਾਮ ਜਪਿਆ, ਸਿਮਰਨ ਕੀਤਾ, ਉਹ ਅੰਦਰੋਂ ਵੀ ਸੁਖੀ ਹੋ ਗਏ, ਬਾਹਰੋਂ ਵੀ ਸੁਖੀ ਹੋ ਗਏ, ਕਿਉਂਕਿ ਉਹ ਸੁਖ ਸਰੂਪ ਪਰਮੇਸ਼ਰ ਅੰਦਰ ਵੀ ਵਸਦਾ ਹੈ, ਬਾਹਰ ਵੀ ਵਸਦਾ, ਉਸ ਨਾਲ ਸਾਂਝ ਪੈ ਗਈ। ਹਰ ਜਪ ਮਲਨ ਭਏ ਦੁਸਤਾਰੀ,
ਹਰੀ ਨੂੰ ਜਦੋਂ ਜਪਿਆ ਤੇ ਮਲੀਨ ਮੁਖ ਵਾਲੇ ਹੋ ਗਏ ਜਿਹੜੇ ਦੁਸ਼ਟ ਸਨ ਵਕਾਰ। ਇਹ ਦੁਸ਼ਟਪੁਣਾ ਕਰਨ ਵਾਲੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦੁਸ਼ਟ, ਇਹ ਮਲੀਨ ਹੋ ਗਏ, ਉਦਾਸ ਹੋ ਗਏ ਜਦੋਂ ਵਾਹਿਗੁਰੂ ਨੂੰ ਜਪਿਆ। ਭਾਵ ਇਹਨਾਂ ਨੂੰ ਫਿਰ ਪ੍ਰਭੂ ਨਾਮ ਨੇ ਪਾਸੇ ਕਰ ਦਿੱਤਾ, ਖਤਮ ਕਰ ਦਿੱਤਾ। ਇਹਨਾਂ ਵਕਾਰਾਂ ਦਾ ਫਿਰ ਜੀਵ ਦੇ ਉੱਤੇ ਪ੍ਰਭਾਵ ਨਾ ਪਿਆ। ਨਾਮ ਤੋਂ ਬਿਨਾਂ ਇਹ ਲੁੱਟੀ ਜਾਂਦੇ ਸੀ ਜੀਵ ਦੇ ਖਜ਼ਾਨੇ ਨੂੰ, ਅੰਮ੍ਰਿਤ ਨੂੰ ਲੁੱਟੀ ਜਾਂਦੇ ਸੀ ਵਕਾਰ। ਜਿੰਨਾ ਚਿਰ ਨਾਮ ਤੋਂ ਟੁੱਟਾ ਹੋਇਆ ਸੀ ਜੀਵ, ਗੁਰੂ ਉਪਦੇਸ਼ ਤੋਂ ਵਾਂਝਾ ਸੀ, ਉਹਨਾਂ ਚਿਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ ਜ਼ੋਰ ਸੀ ਇਹਦੇ ਉੱਤੇ। ਇਸ ਦੇਹੀ ਅੰਦਰ ਪੰਚ ਚੋਰ ਵਸਾ ਹੈ, ਕਾਮ ਕ੍ਰੋਧ ਲੋਭ ਮੋਹ ਅਹੰਕਾਰਾ। ਅੰਮ੍ਰਿਤ ਲੂਟਾ ਹੈ, ਮਨਮੁਖ ਨਹੀਂ ਬੂਝਾ ਹੈ, ਕੋਏ ਨਾ ਸੁਣੇ ਪੁਕਾਰਾ। ਮਾਰੇ ਕਹਿੰਦੇ ਜੀਵ ਦਾ ਅੰਦਰ ਅੰਮ੍ਰਿਤ ਸ਼ੁਭ ਗੁਣ ਨਾਮ, ਇਹ ਸ਼ੁਭ ਗੁਣ ਜਿਹੜੇ ਸੀ ਨਾ, ਖਜ਼ਾਨਾ ਸ਼ੁਭ ਗੁਣਾਂ ਦਾ, ਇਹ ਵਕਾਰ ਲੁੱਟੀ ਜਾਂਦੇ ਸੀ, ਇਹਨੂੰ ਕੰਗਾਲ ਕਰੀ ਜਾਂਦੇ ਸੀ ਲੁੱਟ ਲੁੱਟ ਕੇ। ਇਹਦੀ ਪੁਕਾਰ ਨਹੀਂ ਸੀ ਕੋਈ ਸੁਣਦਾ। ਤੇ ਜਿਸ ਵੇਲੇ ਗੁਰੂ ਕੀ ਸ਼ਰਨ ਵਿੱਚ ਆਇਆ ਤੇ ਫਿਰ ਨਾਮ ਨੇ ਇਹਨਾਂ ਨੂੰ ਪਾਸੇ ਕਰ ਦਿੱਤਾ, ਇਹਨਾਂ ਨੂੰ ਭਜਾ ਦਿੱਤਾ, ਭਾਜੜਾਂ ਪਾ ਦਿੱਤੀਆਂ ਵਕਾਰਾਂ ਨੂੰ। ਤਾਂ ਫਿਰ ਆਪਣੇ ਖਜ਼ਾਨੇ ਨੂੰ ਸੰਭਾਲ ਲਿਆ ਇਹ ਜੀਵ ਨੇ। ਨੌ ਨਿਤ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਬਿਸਰਾਮ। ਉਸ ਖਜ਼ਾਨੇ ਨੂੰ ਇਹਨੇ ਪ੍ਰਾਪਤ ਕੀਤਾ। ਤੇ ਜਦੋਂ ਪ੍ਰਭੂ ਨਾਮ ਨੂੰ ਜਪਿਆ ਤੇ ਮਲਣ ਭਏ ਦੁਸ਼ਟਾਰੀ, ਜਿਹੜੇ ਦੁਸ਼ਟ ਸੀ ਵਕਾਰ ਸੀ, ਫਿਰ ਦੁਸ਼ਟ ਦੂਤ ਪਰਮੇਸ਼ਰ ਮਾਰੇ। ਪਰਮੇਸ਼ਰ ਨੇ ਇਹਨਾਂ ਦੁਸ਼ਟਾਂ ਨੂੰ, ਦੂਤਾਂ ਨੂੰ, ਵਕਾਰਾਂ ਨੂੰ ਮਾਰ ਪਾ ਦਿੱਤੀ। ਇਹ ਮਲੀਨ ਹੋ ਗਏ। ਜਿਸ ਤੇ ਲਾਗੇ ਤਿਨ ਹੈ ਨਿਵਾਰੇ। ਪਰਮੇਸ਼ਰ ਵਾਹਿਗੁਰੂ ਜੀ ਦੇ ਤਰਫੋਂ ਜੀਵ ਟੁੱਟਾ ਹੋਇਆ ਸੀ, ਪ੍ਰਭੂ ਦੇ ਗਿਆਨ ਤੋਂ ਸਖਣਾ ਸੀ, ਅਗਿਆਨ ਵਿੱਚ ਸੀ। ਉਹ ਪ੍ਰਭੂ ਦੇ ਨਾਲੋਂ ਸਾਂਝ ਟੁੱਟਣ ਕਰਕੇ ਇਹ ਲੱਗ ਗਏ ਸੀ ਵਕਾਰ। ਜਿਸ ਦੇ ਤਰਫੋਂ ਪ੍ਰਭੂ ਨਾਮ ਵੱਲੋਂ ਟੁੱਟਣ ਕਰਕੇ ਲੱਗੇ ਹੋਏ ਸੀ, ਜਦੋਂ ਉਸ ਪ੍ਰਭੂ ਨਾਮ ਨਾਲ ਜੀਵ ਜੁੜਿਆ ਤਿਨਹਿ ਨਿਵਾਰੇ, ਤੇ ਫਿਰ ਉਸ ਵਾਹਿਗੁਰੂ ਨੇ ਇਹ ਵਕਾਰਾਂ ਨੂੰ ਨਿਵਾਰ ਦਿੱਤਾ, ਪਛਾੜ ਦਿੱਤਾ, ਪਿਛਾਂ ਕਰ ਦਿੱਤਾ। ਉਂਝ ਪੈਦਾ ਤੇ ਉਹ ਪ੍ਰਭੂ ਦੇ ਕੀਤੇ ਹੋਏ ਹਨ, ਪਰ ਇਹ ਕਿਸੇ ਸੀਮਾ ਵਿੱਚ ਰਹਿਣ ਨਿਯਮ ਬਣਾਇਆ ਹੈ। ਕਾਮ ਵੀ ਉਹਦਾ ਹੀ ਪੈਦਾ ਕੀਤਾ ਹੋਇਆ ਹੈ, ਕ੍ਰੋਧ ਵੀ, ਲੋਭ ਵੀ, ਮੋਹ ਵੀ ਤੇ ਹੰਕਾਰ ਵੀ। ਜਿਵੇਂ ਪੰਜ ਤੱਤ ਪਰਮੇਸ਼ਰ ਨੇ ਪੈਦਾ ਕੀਤੇ ਹਨ, ਇਸੇ ਤਰ੍ਹਾਂ ਪੰਜ ਵਿਕਾਰ ਵੀ ਸਿੱਧੇ ਅੱਖਰਾਂ ਵਿੱਚ ਕਹਿ ਦਈਏ ਤਾਂ ਪੈਦਾ ਕੀਤੇ ਹੋਏ ਤਾਂ ਜਿਸ ਤੇ ਲੱਗੇ ਉਹ ਪ੍ਰਭੂ ਵੱਲੋਂ ਹੀ ਲੱਗੇ ਹੋਏ ਹਨ। ਕਾਮ ਦੇ ਦੁਆਰਾ ਸ੍ਰਿਸ਼ਟੀ ਦੀ ਪੈਦਾਇਸ਼ ਹੈ, ਉਤਪਤੀ ਹੈ, ਪਰ ਉਸ ਸੀਮਾ ਵਿੱਚ ਰਵੇ। ਦਰਿਆ ਫਿਰ ਠੀਕ ਹੈ ਜੇ ਆਪਣੇ ਕੰਢਿਆਂ ਦੇ ਵਿੱਚ ਵਗੇ, ਅੱਗ ਫਿਰ ਠੀਕ ਹੈ ਜੇ ਚੁੱਲ੍ਹੇ ਵਿੱਚ ਬਲੇ। ਚੁੱਲ੍ਹੇ ਵਿੱਚ ਬਲਦੀ ਅੱਗ ਰੋਟੀ ਪਕਾਉਂਦੀ ਹੈ, ਪ੍ਰਸ਼ਾਦਾ ਤਿਆਰ ਕਰਦੀ ਹੈ, ਸਬਜ਼ੀ ਭਾਜੀ ਤਿਆਰ ਕਰਦੀ ਹੈ, ਸਾਰੇ ਪਰਿਵਾਰ ਨੂੰ ਪਾਲਦੀ ਹੈ। ਉਹੀ ਅੱਗ ਚੁੱਲ੍ਹੇ ਚੋਂ ਬਾਹਰ ਨਿਕਲ ਕੇ ਘਰ ਨੂੰ ਲੱਗ ਜਾਵੇ ਤੇ ਸਾਰਿਆਂ ਨੂੰ ਸਾੜ ਫੂਕ ਦਿੰਦੀ ਹੈ। ਪਾਣੀ ਉਹ ਵੇਈ ਦੇ ਕੰਢਿਆਂ ਦੇ ਵਿੱਚ ਵਿੱਚ ਵਗੇ, ਦਰਿਆ ਦੇ ਕੰਢਿਆਂ ਦੇ ਵਿੱਚ ਵਿੱਚ ਵਗੇ ਤੇ ਠੀਕ ਹੈ, ਦੂਰ ਰਾਜਸਥਾਨ ਤੀਕ ਪਹੁੰਚਦਾ ਹੈ, ਕਈਆਂ ਦੀ ਪਿਆਸ ਬੁਝਾਉਂਦਾ ਹੈ, ਕਈਆਂ ਨੂੰ ਜੀਵਨ ਦਿੰਦਾ ਹੈ। ਪਰ ਆਪਣੇ ਕਿਨਾਰਿਆਂ ਤੋਂ ਉਛਲ ਕੇ ਜਦੋਂ ਫਸਲਾਂ ਤਬਾਹ ਕਰਦਾ ਹੈ, ਜਿਸ ਵੇਲੇ ਘਰਾਂ ਵਿੱਚ ਵੜ ਜਾਂਦਾ ਹੈ ਤੇ ਫਿਰ ਜਿੱਥੇ ਜੀਵਨ ਦਿੰਦਾ ਸੀ ਉਸੇ ਜੀਵਨ ਖਤਮ ਕਰਨ ਵਾਲਾ ਬਣ ਜਾਂਦਾ। ਹਵਾ ਜਿਹੜੀ ਹੈ ਉਹ ਜੀਵਾਂ ਦਾ ਸਵਾਸ ਹੈ, ਸਾਹ ਰੂਪ ਹੈ ਹਵਾ, ਪਰ ਜਿਸ ਵੇਲੇ ਤੂਫਾਨ ਰੂਪ ਹੋ ਜਾਂਦੀ ਹੈ, ਝੱਖੜ ਰੂਪ ਹੋ ਜਾਂਦੀ ਹੈ ਤੇ ਫਿਰ ਉਹ ਸਭ ਨੂੰ ਪੁੱਟ-ਪੁੱਟ ਸੁੱਟ ਦਿੰਦੀ ਹੈ। ਇਹ ਕਾਮ, ਕ੍ਰੋਧ, ਲੋਭ, ਮੋਹ ਤੇ ਅਹੰ ਇਹ ਸੀਮਾ ਦੇ ਵਿੱਚ ਰਹਿਣ ਤੇ ਮਹਾਰਾਜ ਕਹਿੰਦੇ ਫਿਰ ਠੀਕ ਹੈ। ਕਾਮ ਪੈਦਾ ਤੇ ਪਰਮੇਸ਼ਰ ਦਾ ਕੀਤਾ ਹੋਇਆ ਹੈ, ਸਾਰੀ ਸ੍ਰਿਸ਼ਟੀ ਦੀ ਜਿਹੜੀ ਪੈਦਾਇਸ਼ ਹੈ ਉਹ ਕਾਮ ਤੋਂ ਹੀ ਹੈ। ਕ੍ਰੋਧ ਵੀ ਸੀਮਾ ਦੇ ਵਿੱਚ ਰਵੇ,
ਲੋਭ ਵੀ ਉਹਨੇ ਆਪ ਹੀ ਪਾਇਆ। ਜੇ ਲੋਭ ਉੱਕਾ ਹੀ ਨਾ ਹੋਵੇ ਤੇ ਕੋਈ ਕੰਮਕਾਰ ਹੀ ਨਾ ਕਰੇ, ਕੋਈ ਕਿਰਤ ਹੀ ਨਾ ਕਰੇ, ਥੋੜਾ ਜਿਹਾ ਓਨਾ ਕਰਵੇ ਵੀ ਲੋੜਾਂ ਦੀ ਪੂਰਤੀ ਤੱਕ। ਪਰ ਜਦੋਂ ਸੀਮਾ ਤੋਂ ਵੱਧ ਜਾਂਦਾ ਹੈ ਤੇ ਫਿਰ ਇਹ ਖਤਰਨਾਕ ਬਣ ਜਾਂਦਾ ਹੈ। ਫਿਰ ਕਤਲ ਕਰਨ ਲੱਗ ਪੈਂਦਾ ਹੈ, ਫਿਰ ਚੋਰੀ, ਫਿਰ ਠੱਗੀ, ਫਿਰ ਛਲ, ਫਿਰ ਕਪਟ ਇਹਦੇ ਚੋਂ ਨਿਕਲਦਾ। ਮੋਹ ਵੀ ਪਾਇਆ ਤੇ ਪ੍ਰਭੂ ਨਹੀਂ ਹੈ ਵਿੱਚ। ਜੇ ਮੋਹ ਨਾ ਹੋਵੇ ਤੇ ਫਿਰ ਪਤੀ ਪਤਨੀ ਦਾ ਮਿਲਾਪ ਨਾ ਹੋਵੇ, ਫਿਰ ਪਿਤਾ ਦਾ ਤੇ ਧੀਆਂ ਪੁੱਤਰਾਂ ਦਾ, ਮਾਤਾ ਪਿਤਾ ਦਾ ਤੇ ਧੀਆਂ ਪੁੱਤਰਾਂ ਦੀ ਆਪਸ ਵਿੱਚ ਸਾਂਝ ਹੀ ਨਾ ਜੁੜੇ। ਜੇ ਅੰਦਰ ਮੋਹ ਦਾ ਹੀ ਨਾ ਹੋਵੇ, ਥੋੜਾ ਜਿਹਾ ਵੀ ਮੋਹ ਨਾ ਹੋਵੇ ਤੇ ਫਿਰ ਇੱਕ ਦੂਜੇ ਨਾਲ ਕੋਈ ਕਿਵੇਂ ਸਾਂਝ ਜੋੜੇ। ਇੱਕ ਦੂਸਰੇ ਦੇ ਨਾਲ ਜੇ ਸਾਂਝ ਜੁੜੀ ਹੈ ਤੇ ਮੋਹ ਦੀਆਂ ਤੰਦਾਂ ਕਰਕੇ ਹੀ ਹੈ। ਪਰ ਉਹ ਸੀਮਾ ਦੇ ਵਿੱਚ ਰਵੇ। ਮੋਹ ਜਿਹੜਾ ਉਹ ਵਕਾਰ ਨਾ ਬਣ ਜਾਵੇ ਵੀ ਪਰਮੇਸ਼ਰ ਨੂੰ ਭੁਲਾ ਕਰਕੇ ਸਿਰਫ ਪਰਿਵਾਰ ਹੀ ਚੇਤੇ ਨਾ ਇਕੱਲਾ ਰਹਿ ਜਾਵੇ, ਨਿਰੰਕਾਰ ਵਿਸਰੀ ਜਾਵੇ। ਤੇ ਅਹੰ ਭਾਵ ਵੀ ਇਹ ਪਾਇਆ ਤਾਂ ਉਸ ਪ੍ਰਭੂ ਨੇ ਹੀ ਹੈ। ਤਾਂ ਸਤਿਗੁਰੂ ਇੱਥੇ ਫਰਮਾ ਰਹੇ ਆ ਵੀ ਜਿਸ ਵੱਲੋਂ ਇਹ ਲੱਗੇ ਸੀ ਨਾ ਵਕਾਰ, ਤਿਨਹ ਨਿਵਾਰੇ, ਉਸ ਪਰਮੇਸ਼ਰ ਨੇ ਇਹ ਵਕਾਰਾਂ ਦੀ ਨਿਵਰਤੀ ਕਰ ਦਿੱਤੀ ਹੈ। ਹਿਰਦੇ ਵਿੱਚੋਂ ਇਹਨਾਂ ਦਾ ਦੁਸ਼ਟ ਸੁਭਾਅ ਜਿਹੜਾ ਹੈ, ਮਲੀਨ ਸੁਭਾਅ ਨਿਵਰਤ ਕਰ ਦਿੱਤਾ ਹੈ। ਪ੍ਰਭ ਜੀਓ ਆਪਣੀ ਕਿਰਪਾ ਧਾਰੀ। ਪ੍ਰਭੂ ਜੀਓ ਨੇ ਜਦੋਂ ਆਪਣੀ ਕਿਰਪਾ ਧਾਰੀ ਤੇ ਫਿਰ ਗੁਰਮੁਖ ਦੇ ਜੀਵ ਦੇ ਜਗਿਆਸੂ ਦੇ ਹਿਰਦੇ ਵਿੱਚੋਂ ਇਹ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਝੂਠ, ਨਿੰਦਿਆ, ਚੁਗਲੀ, ਇਹ ਦੁਸ਼ਟ ਸਾਰੇ ਹੀ ਦੂਰ ਕਰ ਦਿੱਤੇ। ਉਤਰੇ ਸੰਤ ਪਰੇ ਹਰ ਸਰਨੀ। ਜਿਹੜੇ ਸੰਤ ਜਨ ਹਰੀ ਪਰਮੇਸ਼ਰ ਦੀ ਸ਼ਰਨ ਵਿੱਚ ਪੈ ਗਏ ਉਹ ਬਚ ਗਏ ਇਹਨਾਂ ਵਿਕਾਰਾਂ ਵੱਲੋਂ। ਬਾਕੀ ਸਾਰੇ ਸੰਸਾਰ ਦੇ ਉੱਤੇ ਇਹਨਾਂ ਵਿਕਾਰਾਂ ਨੇ ਆਪਣਾ ਜ਼ੋਰ ਪਾਇਆ ਹੋਇਆ, ਸਭ ਸੰਸਾਰ ਨੂੰ ਆਪਣੇ ਅਧੀਨ ਕੀਤਾ ਹੋਇਆ ਹੈ। ਕੋਈ ਹਰਿਆ ਬੂਟਾ ਜਿਹੜਾ ਹੈ ਉਹ ਬਚਿਆ ਹੈ। ਬਾਕੀ ਸਾਰੇ ਸੰਸਾਰ ਰੂਪੀ ਜੰਗਲ ਨੂੰ ਵਿਕਾਰਾਂ ਰੂਪੀ ਅੱਗ ਨੇ ਸਾੜ ਕੇ ਸੁਆਹ ਕਰ ਦਿੱਤਾ ਹੈ। ਉਧਰੇ ਸੰਤ, ਉਹ ਸੰਤ ਬਚੇ ਪਰੇ ਹਰ ਸਰਨੀ, ਜਿਹੜੇ ਵਾਹਿਗੁਰੂ ਦੀ ਸ਼ਰਨ ਪੈ ਰਹਿੰਦੇ ਹਨ। ਪਾਠ ਬਿਨ ਸੇ ਮਹਾ ਅਹੰਕਾਰੀ। ਤੇ ਜਿਹੜੇ ਵੱਡੇ ਵੱਡੇ ਹੰਕਾਰੀ ਲੋਕ ਹਨ, ਬਹੁਤ ਜ਼ਿਆਦਾ ਹੰਕਾਰ ਕਰਦੇ ਤੇ ਉਹ ਤਾਂ ਪਚ ਕੇ ਸੜ ਕੇ ਬਿਨ ਸੇ ਖਤਮ ਹੋ ਗਏ। ਉਹ ਆਤਮਕ ਮੌਤੇ ਮਰ ਗਏ। ਉਹਨਾਂ ਨੂੰ ਤਾਂ ਸਾੜ ਕੇ ਰੱਖ ਦਿੱਤਾ ਵਿਕਾਰਾਂ ਨੇ, ਵੱਡੇ ਹੰਕਾਰੀਆਂ ਨੂੰ। ਇੱਥੇ ਤਾਂ ਜਿਨ੍ਹਾਂ ਨੇ ਗੁਰੂ ਕੀ ਸ਼ਰਨ ਵਿੱਚ, ਪ੍ਰਭੂ ਦੀ ਸ਼ਰਨ ਵਿੱਚ ਪੈਣਾ ਕੀਤਾ ਤੇ ਬੇਨਤੀ ਕੀਤੀ ਵੀ ਹੇ ਗਰੀਬ ਨਵਾਜ, ਆਪ ਰੱਖਿਆ ਕਰਕੇ ਬਚਾਓ, ਮੇਰਾ ਜ਼ੋਰ ਨਹੀਂ ਹੈ, ਆਪ ਤਰਸ ਕਰੋ, ਦਇਆ ਕਰੋ। ਫਿਰਤ ਫਿਰਤ ਪ੍ਰਭ ਆਇਆ, ਪਰਿਆ ਤਉ ਸਰਨਾਏ। ਨਾਨਕ ਕੀ ਪ੍ਰਭ ਬੇਨਤੀ, ਆਪਣੀ ਭਗਤੀ ਲਾਏ। ਮਾਰੇ ਆਪਣੀ ਭਗਤੀ ਵਿੱਚ ਲਾ ਕੇ ਮੈਨੂੰ ਵਿਕਾਰਾਂ ਚੋਂ ਬਚਾ ਲਵੋ। ਉਹਨਾਂ ਤੇ ਗੁਰੂ ਨਾਨਕ ਸਾਹਿਬ ਜੀ ਨੇ ਕੀਤੀ ਕਿਰਪਾ ਤੇ ਬਖਸ਼ਿਸ਼ ਕਰਕੇ ਵਿਕਾਰਾਂ ਤੋਂ ਬਚਾਇਆ। ਜਿਨ੍ਹਾਂ ਨੇ ਆ ਕੇ ਤਰਲਾ ਪਾਇਆ, ਸਤਿਗੁਰ ਆਇਓ ਸਰਨ ਤੁਹਾਰੀ, ਮਿਲੈ ਸੂਖ ਨਾਮ ਹਰ ਸੋਭਾ, ਚਿੰਤਾ ਲਾਹੇ ਹਮਾਰੀ। ਅਵਰ ਨ ਸੂਝੈ ਦੂਜੀ ਠਾਹਰ, ਹਾਰ ਪਰਿਓ ਤਉ ਦੁਆਰੀ। ਲੇਖਾ ਛੋੜਿਆ ਲੇਖਾ ਛੂਟੈ, ਹਮ ਨਿਰਗੁਣ ਲੇਹੋ ਉਬਾਰੀ। ਸਦ ਬਖਸ਼ਿੰਦ ਸਦਾ ਮਿਹਰਵਾਨਾ, ਸਭਨਾ ਦੇ ਆਧਾਰੀ। ਨਾਨਕ ਦਾਸ ਸੰਤ ਪਾਸ਼ੈ ਪਰਿਓ, ਰਾਖ ਲੈ ਹੋਏ ਬਾਰੀ। ਤਾਂ ਗਰੀਬ ਨਵਾਜ ਸਾਹਿਬ ਜੀ ਨੇ ਰੱਖਿਆ ਕੀਤੀ ਹੈ। ਜਿਨ੍ਹਾਂ ਨੇ ਹੰਕਾਰ ਕੀਤਾ ਉਹ ਵੱਡੇ ਹੰਕਾਰੀ ਵਿਕਾਰਾਂ ਵਿੱਚ ਖਚਿਤ ਹੋ ਕਰਕੇ ਖਤਮ ਹੋ ਗਏ। ਸਾਧੂ ਸੰਗਤ ਇਹੋ ਫਲ ਪਾਇਆ। ਇਹ ਭਾਈ ਸਾਧੂ ਜਨਾਂ ਦੀ ਸੰਗਤ ਵਿੱਚ ਮਿਲਣ ਦਾ ਇਹ ਫਲ ਪ੍ਰਾਪਤ ਕੀਤਾ ਜਗਿਆਸੂਆਂ ਨੇ। ਇਕ ਕੇਵਲ ਨਾਮ ਆਧਾਰੀ। ਫਲ ਕਿਹੜਾ ਪਾਇਆ? ਇੱਕ ਪਰਮੇਸ਼ਰ ਵਾਹਿਗੁਰੂ ਜੀ ਦੇ ਕੇਵਲ ਇੱਕ ਦੇ ਨਾਮ ਦੇ ਨਾਲ ਉਹ ਜੁੜ ਗਏ। ਇੱਕ ਦੇ ਨਾਮ ਦਾ ਉਹਨਾਂ ਨੂੰ ਆਸਰਾ ਪ੍ਰਾਪਤ ਹੋ ਗਿਆ। ਨਾ ਕੋਈ ਸੂਦ ਨਾ ਕੋਈ ਹੀਣਾ। ਮਹਾਰਾਜ ਕਹਿੰਦੇ ਜਿਨ੍ਹਾਂ ਦੇ ਅੰਦਰ ਪ੍ਰਭੂ ਦੀ ਜੋਤ ਪ੍ਰਗਟ ਹੋਈ ਨਾ, ਉਹਨਾਂ ਦੀ ਦ੍ਰਿਸ਼ਟੀ ਫਿਰ ਇਹ ਬਣ ਗਈ ਕਿ ਨਾ ਕੋਈ ਆਪਣੇ ਆਪ ਸੂਰਮਾ ਹੈ ਤੇ ਨਾ ਕੋਈ ਆਪਣੇ ਆਪ ਹੀਣਾ ਹੈ। ਨਾ ਕੋਈ ਸੂਰਮਾ ਹੈ ਤੇ ਨਾ ਕੋਈ ਕਾਇਰ ਹੈ। ਨਾ ਕੋਈ ਸੂਰਮਾ ਹੈ
ਵਿਵੇਕੀ ਹੈ ਤੇ ਨਾ ਕੋਈ ਹੀਣਾ ਹੈ, ਅਗਿਆਨੀ ਹੈ। ਨਾ ਕੋਈ ਸੂਰਮਾ ਹੈ, ਨਾ ਕੋਈ ਹੀਣਾ ਹੈ, ਨਾ ਕੋਈ ਕਾਇਰ ਹੈ। ਸਭ ਪ੍ਰਗਟੀ ਜੋਤ ਤੁਮਾਰੀ। ਤੇ ਸਭ ਪਾਸੇ ਤੇ ਹੈ ਪ੍ਰਭੂ ਆਪ ਜੀ ਦੀ ਹੀ ਜੋਤ ਪ੍ਰਗਟ ਹੋ ਰਹੀ ਹੈ। ਸਾਰਿਆਂ ਦੇ ਵਿੱਚ, ਵੱਡਿਆਂ ਛੋਟਿਆਂ ਦੇ ਵਿੱਚ, ਉੱਚਿਆਂ ਨੀਵਿਆਂ ਦੇ ਵਿੱਚ, ਸੂਰਮਿਆਂ ਤੇ ਕਾਇਰਾਂ ਦੇ ਵਿੱਚ, ਸਾਰੇ ਪਾਸੇ ਜੋਤ ਤੇ ਆਪ ਜੀ ਦੀ ਹੀ ਵਿਆਪਕ ਹੋ ਰਹੀ ਹੈ। ਇਹ ਦ੍ਰਿਸ਼ਟੀ ਉਹਨਾਂ ਗੁਰਮੁਖਾਂ ਦੀ ਬਣੀ ਹੈ ਜਿਨ੍ਹਾਂ ਨੂੰ ਇੱਕ ਨਾਮ ਦਾ ਆਸਰਾ। ਉਹ ਸਾਰਿਆਂ ਦੇ ਵਿੱਚ ਇੱਕ ਵਾਹਿਗੁਰੂ ਪਰਮੇਸ਼ਰ ਨੂੰ ਤੱਕਦੇ ਹਨ। ਹਾਥੀ ਵਿੱਚ ਵੀ, ਕੀੜੀ ਵਿੱਚ ਵੀ, ਸਭੈ ਘਟ ਰਾਮ ਬੋਲੇ, ਰਾਮਾ ਬੋਲੇ ਰਾਮ, ਬਿਨਾ ਕੋ ਬੋਲੇ ਰੇ। ਏਕਲ ਮਾਟੀ ਕੁੰਜਰ ਚੀਟੀ, ਭਾਂਜਨ ਹੈ ਬਹੁ ਨਾਨਾ ਰੇ। ਇਹ ਏਕਤਾ ਵਾਲੀ ਦ੍ਰਿਸ਼ਟੀ ਉਹਨਾਂ ਨੂੰ ਪ੍ਰਾਪਤ ਹੋਈ ਹੈ। ਤੁਮ ਸਮਰੱਥ ਅਕਥ ਅਗੋਚਰ। ਉਹ ਫਿਰ ਇੰਜ ਬੇਨਤੀ ਕਰਦੇ ਕਿ ਹੇ ਪ੍ਰਭੂ ਜੀ, ਆਪ ਸਮਰੱਥ ਹੋ, ਸਰਬ ਸ਼ਕਤੀਮਾਨ ਹੋ। ਅਕਥ, ਆਪ ਜੀ ਅਕਥਨੀਏ ਹੋ। ਆਪ ਜੀ ਨੂੰ ਸਮਗਰ ਰੂਪ ਦੇ ਵਿੱਚ ਕਥਨ ਨਹੀਂ ਕੀਤਾ ਜਾ ਸਕਦਾ। ਕਥਾ ਕਰਨ ਵਾਲਿਆਂ ਨੇ ਕਥਾ ਕੀਤੀ, ਕਥਾ ਕਰਨ ਵਾਲੇ ਕਥ ਰਹੇ ਹਨ, ਆਉਣ ਵਾਲੇ ਸਮੇਂ 'ਚ ਵੀ ਕਥਨਗੇ, ਪਰ ਆਪ ਜੀ ਦਾ ਸਰੂਪ ਅਕਥ ਹੈ। ਸਮਗਰ ਰੂਪ ਵਿੱਚ ਕਥਨ ਨਹੀਂ ਕੀਤਾ ਜਾ ਸਕਦਾ। ਅਗੋਚਰ, ਇੰਦਰੀਆਂ ਦੇ ਅਵਿਸ਼ੇ ਹੋ। ਗੋ ਨਾਮ ਇੰਦਰੀਆਂ ਦਾ, ਚਰ ਨਾਮ ਚਰਨ ਦਾ। ਐੜਾ ਅਗੇਤਰ ਲੱਗਾ ਹੋਇਆ ਹੈ। ਅਗੋਚਰ, ਇੰਦਰੀਆਂ ਦੀ ਜਿੱਥੋਂ ਤੀਕ ਪਹੁੰਚ ਨਹੀਂ ਹੈ, ਇੰਦਰੀਆਂ ਦੀ ਸਮਰੱਥਾ ਜਿੱਥੋਂ ਤੀਕ ਨਹੀਂ ਹੈ। ਇਹ ਅੱਖਾਂ ਪੂਰਨ ਰੂਪ ਵਿੱਚ ਉਸ ਨੂੰ ਵੇਖ ਨਹੀਂ ਸਕਦੀਆਂ, ਕੰਨ ਉਹਦੇ ਬਾਰੇ ਸਾਰਾ ਸੁਣ ਨਹੀਂ ਸਕਦੇ, ਰਸਨਾ ਉਸ ਦੇ ਬਾਰੇ ਸਾਰਾ ਕਥਨ ਨਹੀਂ ਕਰ ਸਕਦੀ। ਇਸੇ ਕਰਕੇ ਆਖਿਆ ਨਾ, ਜਿਹਵਾ ਏਕ ਕਵਨ ਗੁਣ ਕਹੀਐ, ਬੇਸੁਮਾਰ ਬੇਅੰਤ ਸੁਆਮੀ, ਤੇਰੋ ਅੰਤ ਨਾ ਕਿਨਹੀ ਲਹੀਐ। ਇੱਕ ਜੀਵ ਦੇ ਨਾਲ ਪ੍ਰਭੂ ਮੈਂ ਕਿਹੜੇ ਕਿਹੜੇ ਗੁਣਾਂ ਦਾ ਕਥਨ ਕਰਾਂ। ਆਪ ਜੀ ਇੰਦਰੀਆਂ ਦੇ ਪਕੜ ਤੋਂ ਅਪਹੁੰਚ ਹੋ, ਇੰਦਰੀਆਂ ਦੀ ਪਹੁੰਚ ਨਹੀਂ ਆਪ ਜੀ ਦੇ ਤੱਕ। ਐਸਾ ਉਹ ਸਰੂਪ ਹੈ। ਅਕਥ ਹੋ, ਸਰਬ ਕਲਾ ਸਮਰੱਥ ਹੋ ਤੇ ਅਗੋਚਰ ਹੋ। ਰਵਿਆ ਏਕ ਮੁਰਾਰੀ। ਇੱਕੋ ਇੱਕ ਮੁਰਾਰੀ, ਮੋਰਾਦ ਦੈਂਤਾਂ ਨੂੰ ਮਾਰਨ ਵਾਲੇ, ਮੁਰ ਹੰਕਾਰ ਨੂੰ ਮਾਰਨ ਵਾਲੇ ਮੁਰਾਰੀ ਪਰਮੇਸ਼ਰ ਆਪ ਜੀ ਦਾ ਇੱਕ ਏਕਤਾ ਵਾਲਾ ਸਰੂਪ ਸਾਰੇ ਪਾਸੇ ਵਿਆਪਕ ਹੋ ਰਿਹਾ ਹੈ। ਹਿੰਮਤ ਕੌਣ ਕਰੇ ਤੇਰੀ ਕਰਤੇ। ਹੇ ਕਰਤੇ, ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲੇ, ਆਪ ਜੀ ਦੀ ਕੀਮਤ ਕੌਣ ਕਰ ਸਕਦਾ ਹੈ? ਕੋਈ ਕੀਮਤ ਨਹੀਂ ਦੱਸ ਸਕਦਾ ਵੀ ਕਿਹੜੀ ਕੀਮਤ ਦੇ ਨਾਲ ਆਪ ਜੀ ਦੀ ਪ੍ਰਾਪਤੀ ਹੁੰਦੀ ਹੈ। ਕੋਈ ਕੀਮਤ ਨਹੀਂ ਹੈ। ਜੇ ਕੋਈ ਕੀਮਤ ਦੇ ਕੇ ਮਿਲਦਾ ਹੋਵੇ ਨਾ, ਤੇ ਕੋਈ ਸੋਨਾ ਦੇ ਕੇ ਲੈ ਲਵੇ, ਕੋਈ ਚਾਂਦੀ ਦੇ ਕੇ ਖਰੀਦ ਲਵੇ, ਕੋਈ ਰੁਪਈਏ ਦੇ ਕੇ ਖਰੀਦ ਲਵੇ, ਕੋਈ ਜ਼ਮੀਨ ਦੇ ਕੇ ਖਰੀਦ ਲਵੇ। ਫਿਰ ਭਗਤ ਕਬੀਰ ਸਾਹਿਬ ਜੀ ਨੂੰ ਕਿੱਥੇ ਮਿਲਣਾ ਸੀ? ਫਿਰ ਜੋੜੇ ਗੰਢਣ ਵਾਲੇ ਰਵਿਦਾਸ ਸਾਹਿਬ ਜੀ ਨੂੰ ਕਿੱਥੇ ਮਿਲਣਾ ਸੀ? ਫਿਰ ਕੱਪੜੇ ਧੋਣ ਵਾਲੇ ਤੇ ਦਰੀਆਂ ਉਣਨ ਵਾਲੇ ਨਾਮਦੇਵ ਸਾਹਿਬ ਨੂੰ ਪ੍ਰਾਪਤੀ ਕਿੱਥੇ ਹੋਣੀ ਸੀ, ਜੇ ਤਾਂ ਇਸ ਤਰ੍ਹਾਂ ਦੀ ਕੀਮਤ ਨਾਲ ਮਿਲਦਾ ਹੋਵੇ। ਪਰ ਉਹ ਸੋਨੇ ਨਾਲ ਨਹੀਂ ਮਿਲਦਾ, ਚਾਂਦੀ ਨਾਲ ਨਹੀਂ ਮਿਲਦਾ, ਰੁਪਈਆਂ ਨਾਲ ਨਹੀਂ ਮਿਲਦਾ। ਮਹਾਰਾਜ ਸਾਹਿਬ ਜੀ ਨੇ ਤਾਂ ਹੀ ਆਖਿਆ ਨਾ, ਕੰਚਨ ਸਿਓ ਪਾਈਐ ਨਹੀਂ ਤੋਲ। ਸੋਨੇ ਦੇ ਨਾਲ ਤੋਲ ਕੇ ਵੀ ਨਹੀਂ ਪਾਇਆ ਜਾ ਸਕਦਾ। ਨਹੀਂ ਤਾਂ ਸੋਨਾ ਕਈਆਂ ਕੋਲੇ ਬਹੁਤ ਆਏ, ਉਹ ਸੋਨਾ ਤੋਲ ਕੇ ਹੀ ਲੈ ਲੈਂਦੇ ਵੀ ਹੇ ਪਰਮੇਸ਼ਰ ਤੇਰੇ ਬਰਾਬਰ ਸੋਨਾ ਹੀ ਤੋਲ ਕੇ ਦੇ ਦਿੰਦੇ। ਪਰ ਮਹਾਰਾਜ ਕਹਿੰਦੇ ਪ੍ਰਭੂ ਦਾ ਨਾਮ, ਉਹ ਪ੍ਰਭੂ ਪਰਮੇਸ਼ਰ ਸੋਨੇ ਦੇ ਵੱਟੇ ਵੀ ਨਹੀਂ ਮਿਲਦਾ। ਕੰਚਨ ਸਿਓ ਪਾਈਐ ਨਹੀਂ ਤੋਲ, ਮਨ ਦੇ ਰਾਮ ਲੀਆ ਹੈ ਮੋਲ। ਜਿਨ੍ਹਾਂ ਜਿਨ੍ਹਾਂ ਨੇ ਪਾਇਆ ਉਹਨਾਂ ਨੇ ਆਪਣਾ ਮਨ ਭੇਟ ਕੀਤਾ, ਮਨ ਵੇਚਿਆ। ਮਨ ਦੀ ਮਰਜ਼ੀ ਛੱਡਣੀ ਪੈਂਦੀ ਹੈ। ਇਹ ਪ੍ਰਭੂ ਆਪ ਜੀ ਦੀ ਕੀਮਤ ਕੌਣ ਕਰ ਸਕਦਾ? ਤੁਸੀਂ ਕਿਸੇ ਕੀਮਤ ਨਾਲ ਨਹੀਂ ਮਿਲਦੇ। ਮਹਾਰਾਜ ਕਹਿੰਦੇ ਉਹ ਤਾਂ ਭਾਵਨਾ ਦਾ ਭੁੱਖਾ ਹੈ, ਗੋਬਿੰਦ ਭਾਉ ਭਗਤ ਦਾ ਭੁੱਖਾ।
ਜਿਨ੍ਹਾਂ ਨੇ ਭਾਵਨਾ ਕੀਤੀ, ਜਿਨ੍ਹਾਂ ਨੇ ਪ੍ਰੇਮ ਕੀਤਾ, ਸਾਚ ਕਹੋ ਸੁਣ ਲੇਹੋ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਪ੍ਰੇਮੀਆਂ ਨੂੰ ਮਿਲਿਆ, ਪ੍ਰੇਮ ਕਰਨ ਵਾਲਿਆਂ ਨੂੰ। ਚਾਹੇ ਉਹ ਤਾਣੀ ਉਣਨ ਵਾਲੇ ਭਗਤ ਕਬੀਰ ਸਾਹਿਬ ਜੀ ਹਨ, ਜਿਨ੍ਹਾਂ ਨੇ ਪ੍ਰਭੂ ਨਾਲ ਪ੍ਰੇਮ ਕੀਤਾ, ਚਾਹੇ ਮਰੇ ਪਸ਼ੂ ਢੋਣ ਵਾਲੇ ਭਗਤ ਰਵਿਦਾਸ ਸਾਹਿਬ ਜੀ ਹਨ, ਉਹਨਾਂ ਦਾ ਸੰਸਾਰੀ ਤੌਰ ਤੇ ਕਿੱਤਾ ਹੈ ਮਰੇ ਪਸ਼ੂਆਂ ਨੂੰ ਢੋਣਾ ਤੇ ਮਰੇ ਪਸ਼ੂਆਂ ਦਾ ਚੰਮ ਲਾ ਕੇ ਉਹਦੀਆਂ ਜੁੱਤੀਆਂ ਬਣਾਉਣੀਆਂ। ਗੁਰੂ ਅਰਜਨ ਦੇਵ ਸਾਹਿਬ ਜੀ ਨੇ ਆਪਣੀ ਰਸਨਾ ਤੋਂ ਫਰਮਾਇਆ, ਪੰਚਮ ਪਾਤਸ਼ਾਹ ਜੀ ਨੇ, ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ, ਆਡ ਦਾਮ ਕੋ ਸ਼ੀਪਰੋ ਹੋਇਓ ਲਾਖੀਣਾ। ਬੁਨਨਾ ਤਨਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ, ਨੀਚ ਕੁਲਾ ਜੋ ਲਾਹਰਾ ਭਇਓ ਗੁਣੀ ਗਹੀਰਾ। ਇਹ ਮਹਾਰਾਜ ਨੇ ਉਹ ਦੱਸਿਆ ਜੋ ਲੋਕ ਕਹਿੰਦੇ ਸੀ ਭਗਤ ਸਾਹਿਬਾਨਾਂ ਵਾਸਤੇ, ਜੋ ਲੋਕ ਅੱਖਰ ਵਰਤਦੇ ਸੀ। ਲੋਕ ਨਾਮਦੇਵ ਸਾਹਿਬ ਨੂੰ ਅੱਧੀ ਕੌਟੀ ਦਾ ਸ਼ਿੰਬਾ ਕਹਿੰਦੇ ਸੀ, ਕਬੀਰ ਸਾਹਿਬ ਜੀ ਨੂੰ ਜੁਲਾਇਆ ਕਹਿੰਦੇ ਸੀ, ਤੇ ਮਹਾਰਾਜ ਕਹਿੰਦੇ ਵੀ ਉਹ ਪ੍ਰਭੂ ਨਾਲ ਪ੍ਰੇਮ ਕਰਕੇ ਉਹ ਤਾਂ ਲੱਖਾਂ ਦੇ ਹੋ ਗਏ, ਬੇਕੀਮਤੀ ਹੋ ਗਏ। ਰਵਿਦਾਸ ਢੋਵੰਤਾ ਢੋਰ ਨੀਤ ਤਿਨ ਤਿਆਗੀ ਮਾਇਆ, ਢੋਰ ਕਹਿੰਦੇ ਮਰੇ ਪਸ਼ੂਆਂ ਨੂੰ। ਰਵਿਦਾਸ ਢੋਵੰਤਾ ਢੋਰ ਨੀਤ ਤਿਨ ਤਿਆਗੀ ਮਾਇਆ, ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ। ਸੈਨ ਨਾਈ ਮੁਤਕਾਰੀਆ ਉਹ ਘਰ ਘਰ ਸੁਣਿਆ, ਹਿਰਦੈ ਵਸਿਆ ਪਾਰ ਬ੍ਰਹਮ ਭਗਤਾਂ ਮਹਿ ਗਣਿਆ। ਇਹ ਬਿਧ ਸੁਣ ਕੇ ਜਾਟਰੋ ਉਠ ਭਗਤੀ ਲਾਗਾ, ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡਭਾਗਾ। ਕੀਮਤ ਕੌਣ ਕਰੇ ਤੇਰੀ ਕਰਤੇ, हे ਕਰਤੇ ਸਭ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲੇ, ਆਪ ਜੀ ਦੀ ਪ੍ਰਾਪਤੀ ਦੀ ਕੋਈ ਕੀਮਤ ਨਹੀਂ ਕਰ ਸਕਦਾ। ਕੋਈ ਇਹ ਦਾਵਾ ਨਹੀਂ ਕਰ ਸਕਦਾ ਵੀ ਆਪ ਇਸੇ ਤਰੀਕੇ ਨਾਲ ਹੀ ਮਿਲ ਸਕਦੇ ਹੋ। ਕਈ ਵਾਰੀ ਜਾਗਦੇ ਜਿਹੜੇ ਹਨ ਉਹ ਵਾਂਝੇ ਰਹਿ ਜਾਂਦੇ ਤੇ ਸੁੱਤਿਆਂ ਨੂੰ ਠਾਲ ਕੇ ਵੀ ਮਿਲ ਪੈਂਦੇ। ਇੱਕ ਜਾਗੰਦੇ ਨਾ ਲਹਿਨ, ਇੱਕ ਨਾ ਸੁੱਤਿਆਂ ਦੇ ਉਠਾਲੇ, ਤੇ ਆਪ ਜੀ ਦੀ ਮਰਜ਼ੀ ਹੈ ਨਾ। ਇੱਕ ਘਾਲਣ ਵਾਲੇ ਖਾਲੀ ਵੀ ਰਹਿ ਜਾਂਦੇ ਕਈ ਵਾਰੀ, ਤੇ ਆਪ ਬਿਨਾਂ ਘਾਲਣਾ ਵਾਲਿਆਂ ਨੂੰ ਵੀ ਮਿਲ ਪੈਂਦੇ ਹੋ ਆਪ। ਐਸਾ ਵੀ ਬਚਨ ਮਹਾਰਾਜ ਨੇ ਕੀਤਾ, ਘਾਲ ਨਾ ਮਿਲਿਓ ਸੇਵ ਨਾ ਮਿਲਿਓ, ਮਿਲਿਓ ਆਏ ਅਚਿੰਤਾ। ਇਹ ਤਾਂ ਆਪ ਜੀ ਦੀ ਖੁਸ਼ੀ ਹੈ, ਤੁਸੀਂ ਕਿਹਨੂੰ ਮਿਲਣਾ ਹੈ। ਆਪ ਜੀ ਦੀ ਪ੍ਰਾਪਤੀ ਦੀ ਕੀਮਤ ਨਹੀਂ ਕੋਈ ਕਥਨ ਕਰ ਸਕਦਾ ਹੈ। ਪ੍ਰਭ ਅੰਤ ਨ ਪਾਰਾਵਾਰੀ, ਇਹ ਪ੍ਰਭੂ ਜੀ ਆਪ ਜੀ ਦੀ ਰਚਨਾ ਦਾ ਵੀ ਕੋਈ ਅੰਤ ਪਾਰਾਵਾਰ ਨਹੀਂ ਹੈ, ਆਪ ਜੀ ਦੇ ਗੁਣਾਂ ਦਾ ਵੀ ਕੋਈ ਅੰਤ ਪਾਰਾਵਾਰ ਨਹੀਂ ਹੈ। ਤੇ ਆਪ ਬੇਅੰਤੀ ਬੇਅੰਤ ਗੁਣਾਂ ਵਾਲੇ ਹੋ। ਬੇਅੰਤਾ ਬੇਅੰਤ ਗੁਣ ਤੇਰੇ ਕੇਤਕ ਗਾਵਾਂ ਰਹਾ। ਆਪ ਜੀ ਦਾ ਕਿਸੇ ਪਾਸਿਓਂ ਵੀ ਉਰਾਰ ਪਾਰ ਦਾ ਅੰਤ ਪਾਰਾਵਾਰ ਨਹੀਂ ਪਾਇਆ ਜਾਂਦਾ। ਨਾਮ ਦਾਨ ਨਾਨਕ ਵਡਿਆਈ। ਮਹਾਰਾਜ ਕਹਿੰਦੇ ਸਾਡੀ ਤਾਂ ਇਹੀ ਬੇਨਤੀ ਹੈ ਕਰਤਾ ਪੁਰਖ ਆਪ ਜੀ ਦੇ ਚਰਨਾਂ ਵਿੱਚ ਕਿ ਆਪ ਆਪਣੇ ਨਾਮ ਦਾ ਦਾਨ ਦਿਓ ਸਾਨੂੰ, ਆਪਣੇ ਨਾਮ ਦੀ ਵਡਿਆਈ ਦਿਓ। ਬਾਕੀ ਵਡਿਆਈਆਂ ਤੇ ਹੌਲੀਆਂ ਹਨ, ਨਾਸ ਹੋ ਜਾਣ ਵਾਲੀਆਂ ਹਨ। ਨਾਨਕ ਦੁਨੀਆ ਕੀਆਂ ਵਡਿਆਈਆਂ ਅੱਗੀ ਸੇਤੀ ਜਾਲ, ਉਹ ਤੇ ਅੱਗ ਚ ਪਾ ਕੇ ਸਾੜਨ ਜੋਗੀਆਂ ਹਨ ਬਾਕੀ ਵਡਿਆਈਆਂ। ਨਾਨਕ ਦੁਨੀਆ ਕੀਆਂ ਵਡਿਆਈਆਂ ਅੱਗੀ ਸੇਤੀ ਜਾਲ, ਇੰਨੀ ਜਲੀ ਨਾਮ ਵਿਸਾਰਿਆ ਇੱਕ ਨਾ ਚੱਲਿਆ ਨਾਲ। ਥੋਕੀਆਂ ਵਡਿਆਈਆਂ ਸੜਨ ਜੋਗੀਆਂ ਵਡਿਆਈਆਂ ਨੇ ਨਾਮ ਭੁਲਾਤਾ, ਤੇ ਜਦੋਂ ਲੋਕ ਤੋਂ ਪਰਲੋਕ ਨੂੰ ਜਾਣਾ ਇੱਕ ਵੀ ਵਡਿਆਈ ਨਾਲ ਨਹੀਂ ਚੱਲਦੀ, ਇੱਕ ਵੀ ਨਾਲ ਨਹੀਂ ਜਾਂਦੀ। ਮਹਾਰਾਜ ਆਪਣੀ ਨਾਮ ਦੀ ਵਡਿਆਈ ਦਿਓ, ਆਪਣੇ ਨਾਮ ਦਾ ਦਾਨ ਦਿਓ। ਅਸੀਂ ਆਪ ਜੀ ਦੇ ਦਰ ਦੇ ਭਿਖਾਰੀ ਹਾਂ, ਆਪਣੇ ਨਾਮ ਜਪਣ ਦੀ ਸਾਨੂੰ ਵਡਿਆਈ ਬਖਸ਼ਿਸ਼ ਕਰੋ। ਤੇਰੀਆਂ ਸੰਤ ਜਨਾਂ ਰੇ ਨਾਰੀ, ਤੇ ਸਾਡੇ ਤੇ ਕਿਰਪਾ ਕਰੋ ਜਿਹੜੇ ਤੇਰੇ ਨਾਮ ਜਪਣ ਵਾਲੇ ਹਨ, ਜਿਨ੍ਹਾਂ ਨੂੰ ਤੁਸੀਂ ਨਾਮ ਜਪਣ ਦੀ ਵਡਿਆਈ ਦਿੱਤੀ ਆਪਣੇ ਸੰਤ ਜਨਾਂ ਨੂੰ, ਉਹਨਾਂ ਸੰਤ ਜਨਾਂ ਦੀ ਸਾਨੂੰ ਰੇਣ ਬਣਾ ਕੇ ਰੱਖੋ। ਅਸੀਂ ਉਹਨਾਂ ਦੇ ਚਰਨਾਂ ਦੀ ਧੂੜੀ ਬਣ ਕੇ ਰਹੀਏ। ਨਿਮਰਤਾ ਸਾਡੇ ਅੰਦਰ ਆਵੇ, ਹੰਕਾਰ ਨਿਵਰਤ ਹੋਵੇ। ਆਪ ਜੀ ਦੇ ਬੰਦਗੀ ਕਰਨ ਵਾਲਿਆਂ ਦੇ ਚਰਨਾਂ ਦੀ ਧੂੜ ਬਣ ਜਾਈਏ। ਗੁਰਸਿੱਖਾਂ ਕੀ ਹਰ ਧੂੜ ਦੇਹ, ਹਮ ਪਾਪੀ ਭੀਗਤ ਪਾਹੇ। ਅੰਤਰਜਾਮੀ ਪੁਰਖ ਵਿਧਾਤੇ, ਸਰਦਾ ਮਨ ਕੀ ਪੂਰੇ। ਨਾਨਕ ਦਾਸ ਹੈ ਸੁਖ ਮੰਗੈ ਮੋਕੋ ਕਾਰ,
संतन की धूरे। हम संतन की रेण प्यारे, हम संतन की सरना। संत हमारी ओट सतानी, संत हमारा गहना। ਆਪ ਜੀ ਦੇ ਸੰਤ ਜਨਾਂ ਦੀ ਅਸੀਂ ਰੇਣ ਬਣ ਜਾਈਏ, ਚਰਨ ਧੂੜੀ ਬਣ ਜਾਈਏ। ਆਪਣੇ ਨਾਮ ਦੀ ਵਡਿਆਈ ਦਿਓ ਜੀ, ਨਾਮ ਦਾ ਦਾਨ ਸਾਨੂੰ ਬਖਸ਼ੋ। 916 ਅੰਗ ਤੇ ਇਹ ਅਖੀਰਲਾ ਸ਼ਬਦ ਅਸ਼ਟਪਦੀ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਪਵਿੱਤਰ ਉਪਦੇਸ਼ ਬਖਸ਼ਿਆ। ਗੁਰੂ ਜੀ ਕੀ ਅਗਾਧ ਬੋਧ ਬਾਣੀ ਕੀ ਵਿਚਾਰ ਸਾਂਝੀ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਜੀ ਗੁਰ ਸੰਗਤ ਜੀ ਖਿਮਾ ਦੇਣੀ। ਅੱਗੇ 917 ਅੰਗ ਤੋਂ ਆਨੰਦ ਸਾਹਿਬ ਦੀ ਬਾਣੀ ਆਰੰਭ ਹੋਵੇਗੀ। ਸਾਧ ਸੰਗਤ ਜੀ, ਗੁਰੂ ਜੀ ਕੀ ਪਵਿੱਤਰ ਪਾਵਨ ਬਾਣੀ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ। ਦੇਹੋ ਸੱਜਣਿਆ ਸੀਸ ਅੜੀਆਂ, ਜਿਉ ਹੋਵੈ ਸਾਹਿਬ ਸਿਉ ਮੇਲ। ਕੀਮਤ ਕੌਣ ਕਰੇ ਤੇਰੀ ਕਰਤੇ, ਪ੍ਰਭ ਅੰਤ ਨ ਪਾਰਵਾਰੀ। ਨਾਮ ਦਾਨ ਨਾਨਕ ਵਡਿਆਈ, ਤੇਰੀਆਂ ਸੰਤ ਜਨਾ ਰੇ ਨਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।